तिल चौर छत ਵੱਡੇ ਵੱਡਾ ਪਰ ਤੀਰ ਮਰਤਬਾ ਰੰਗ ਪਰੰਗ ਅਨੇਕ ਨ ਜਤਨ ਕਰਤਬਾ ਜੀ ਅੰਦਰ ਜੀ ਸਭ ਜਾਣਦਾ ਸਭ ਤੇਰੇ ਵਸ ਤੇਰਾ ਕਰਪਨਾ ਤੇਰਾ ਘਰ ਆਨੰਦ ਵਧਾਏ ਤੁਧ ਕਰ ਮਾਨ ਮਹੱਤਾ ਤੇ ਜੇ ਆਪਣਾ ਆਪ ਜਾਣ ਸਰਬ ਕਲਾ ਭਰਪੂਰ ਦੀ ਸਹਿਜਤ ਕਥਾ ਨਾਲਕ ਦਾਸਨ ਦਾਤ ਆਗੇ ਬਿਨਵਤਾ ਤੇਰਾ ਨਾਮ ਸਤ ਹੈ ਵਾਹਿਗੁਰੂ ਜੀ ਵਾਹਿਗੁਰੂ। पौड़ी वड्डी उड़ा पार तेरा मर्तबा रंग परंग नेक ना जापन करतबा जिया अंदर जियो सब कुछ जान ला सब कुछ तेरे वस तेरा कर भला तेरे कर आनंद बधाई तुध कर मान मत्ता तेज अपना आप जर सर्ब कला भरपूर दिसै जत कता नानक दासन दास तुदे आगे बिन ਸਾਰੋਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਇ ਦਾਏ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੇ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਣ ਗੁਰੂ ਅਰਜਨ ਬਿਘਨਨ ਹਰ ਗੋਬਿੰਦ ਸ਼ੁਭ ਮਤ ਪਰਕਾ ਸ਼੍ਰੀ ਹਰਿ ਰਾਏ ਨਾਮ ਕਰ ਜੋਰੀ ਨਾਮ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਪਰਮ
ਨਾਮ ਸ੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰਾ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਫਤਿਹ ਹੈ ਬੇਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਰਮ ਚੰਦ ਤੇ ਚਾਲਿਓ ਬੰਸ ਸਭ ਬੇਦੀ ਉਜਲ ਜਿਮ ਹੰਸ ਸ੍ਰੀ ਚੰਦ ਬੈ ਭਈ ਬਿਸਾਲਾ ਜਗ ਮਹਿ ਦੇਹ ਧਰੀ ਚਿਰ ਕਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जीओ वड्डियां भागां वाले हो। सतगुरु नौवें पातशाह श्री गुरु तेग बहादुर साहिब जी दे पवित्र पावन चरण छो प्राप्त इतिहासक स्थान गुरुद्वारा श्री दुख निवारण साहिब जी दे पावन पवित्र दरबार अंदर जगत गुरु श्री गुरु ग्रंथ साहिब जी महाराज जी की पावन हजूरी च हाजरियां भर के सतगुरां दे पावन इतिहास की चल रही लड़ीवार कथा बहुत ही अदब सत्कार श्रद्धा भावना सहित आप जी सरवण कर रहे हो। श्री गुरु प्रताप सूरज प्रकाश ग्रंथ की कथा का मुੱਢ किवें ਵੱਜਾ है वो प्रसंग आप जी ने सरवण किया है कि ब्रह्म ज्ञानी भाई राम कोयर साहब जी के पास जाके ਸਿੰਘਾਂ ने बेनती की रमदास नगर च कि भाई साहब जी आप जी ने गुरु साहब के पास रह के उन्होंने दर्शन दीदार किए हैं, कृपा करके दूसरे पातशाह धन गुरु अंगद देव साहब जी की जो कथा 10वें पातशाह तक जो आप जी ने सुनी पेखी है वो किरपा करके सानू सरवण कराओ। ਸਿੰਘਾਂ ਦੀ बेनती सुन के भाई राम कोयर साहब जी ने कथा आरंभ की है गुरु नानक साहब जी के वंश तो कि राय भोए की तलवंडी विखे 1526 संमत बेकरमी नूं महाराज गुरु नानक साहब का प्रकाश होया। तिन्हां दे गृह विखे दो साहिबजादियां दा जन्म होया, बाबा श्री चंद ते बाबा लखमी दास जी। दोवें पूर्ण ब्रह्म ज्ञान की अवस्था नूं प्राप्त हन। बाबा श्री चंद जी अवधूत अवस्था च रहिंदे सन, पर बाबा लखमी दास जी रागसी ठाठ च विचरदे शिकार खेडण जांदे। कुछ जानवरां दा शिकार करके परत रहे सन तां बाबा जी दा मान बाबा श्री चंद जी दा दया विच क्योंकि संत बिरती सी कहण लगे लखमी दास लेखा देना पैंदा जीवां नूं मार के। बाबा जी दे मन च विचार आ गई, घर गए परिवार नूं नाल लिया। एक पुत्र सी उन्हां दा बाबा धर्मचंद जी, घोड़े ते सवार होए ते बाबा श्री चंद जी नूं कहण लगे चंगा बाबा जी हुण असीं फिर लेखा दे ही आईए। बाबा श्री चंद जी ने विचार कीती कि असीं तां शादी नहीं कराउणी, गुरु नानक साहब दा वंश किवें चलेगा। बाबा धर्मचंद जी नूं रख लिया और बाबा लखमी दास जी सने परिवार
ਅਲੋਪ ਹੋ ਗਏ, ਮੁੜ ਕੇ ਦਰਸ਼ਨ ਨਹੀਂ ਹੋਏ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਔਰ ਬਾਬਾ ਧਰਮਚੰਦ ਜੀ ਸੰਸਾਰ 'ਚ ਰਹੇ, ਔਰ ਬਾਬਾ ਧਰਮਚੰਦ ਜੀ ਤੋਂ ਅੱਗੇ ਫਿਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਵੰਸ਼ ਚੱਲਿਆ। ਬਾਬਾ ਮਾਣਕ ਚੰਦ ਜੀ, ਬਾਬਾ ਮੇਹਰ ਚੰਦ ਜੀ, ਬਾਬਾ ਧਰਮਚੰਦ ਜੀ ਦੇ ਸਾਹਿਬਜ਼ਾਦੇ ਸਨ। ਬੜੇ ਬੜੇ ਆਤਮ ਗਿਆਨੀ ਮਹਾਂਪੁਰਸ਼ ਬਾਬਾ ਕਲਾਧਾਰੀ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ, ਆਤਮ ਗਿਆਨੀ ਮਹਾਂਪੁਰਸ਼ ਗੁਰੂ ਨਾਨਕ ਸਾਹਿਬ ਦੀ ਅੰਸ਼ ਵੰਸ਼ ਵਿੱਚੋਂ ਹੋਏ। ਬਾਬਾ ਸਾਹਿਬ ਸਿੰਘ ਜੀ ਬੇਦੀ ਐਸੇ ਮਹਾਤਮਾ ਸਨ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਤਿਲਕ ਹੋਣਾ। ਉਹਨਾਂ ਆਖਿਆ, ਜੇ ਬਾਬਾ ਜੀ ਆਪ ਕਿਰਪਾ ਕਰਕੇ ਮੇਰਾ ਰਾਜ ਤਿਲਕ ਕਰਨ ਤਾਂ ਮੈਨੂੰ ਖੁਸ਼ੀ ਹੋਵੇਗੀ। ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਸ਼ ਬਾਬਾ ਸਾਹਿਬ ਸਿੰਘ ਜੀ ਦੇ ਪਾਸ ਆ ਕੇ ਬਹੁਤ ਵੱਡੀ ਘਾਲਣਾ ਘਾਲੀ। ਉਹਨਾਂ ਨੇ ਬਹੁਤ ਸਾਰੇ ਲੰਗਰਾਂ ਦੀ ਜਿਹੜੀ ਸੇਵਾ ਸੀ ਉਹ ਬਾਬਾ ਵੀਰ ਸਿੰਘ ਜੀ ਹੋਣਾ ਨੂੰ ਦਿੱਤੀ। ਤੋ ਇਸ ਪ੍ਰਕਾਰ ਊਨਾ ਸਾਹਿਬ ਜਦੋਂ ਜਾਈਏ, ਜਿਹੜਾ ਬਾਬਾ ਵੀਰ ਸਿੰਘ ਜੀ ਹੋਣਾ ਨੇ ਸਥਾਨ ਬਣਾਇਆ ਗੁਰੂ ਸਾਹਿਬ ਜੀ ਦੀ ਯਾਦ ਵਿੱਚ, ਉਹ ਅੱਜ ਵੀ ਉੱਥੇ ਪੁਰਾਤਨ ਸਥਾਨ ਮੌਜੂਦ ਹੈ, ਸੰਗਤਾਂ ਦਰਸ਼ਨ ਕਰਦੀਆਂ ਹਨ। ਬਾਬਾ ਧਰਮਚੰਦ ਸਾਹਿਬ ਜੀ ਤੋਂ ਅੱਗੇ ਅੰਸ਼ ਵੰਸ਼ ਚੱਲਿਆ। ਕੁਝ ਕੁ ਪ੍ਰਸੰਗ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਜੀਵਨ ਸੰਬੰਧੀ ਆ ਰਿਹਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਆਪਣਾ ਧਿਆਨ ਜੋੜਦਿਆਂ ਹੋਇਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਰਮਚੰਦ ਤੇ ਚਾਲਿਓ ਬੰਸ। ਬਾਬਾ ਧਰਮਚੰਦ ਜੀ ਤੋਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦਾ ਅੰਸ਼ ਵੰਸ਼ ਅੱਗੇ ਵਧਿਆ। ਸਭ ਬੇਦੀ ਉਜਲ ਜਿਮ ਹੰਸ। ਸਾਰੇ ਬੇਦੀ ਸਾਹਿਬਜ਼ਾਦੇ ਉਜਵਲ ਹੰਸ ਦੀ ਬਿਰਤੀ ਦੇ ਸਮਾਨ ਪਰਮਹੰਸ ਵਿਵੇਕੀ ਮਹਾਂਪੁਰਸ਼ ਹੋਏ। ਸ੍ਰੀ ਚੰਦ ਬੈ ਭਈ ਬਿਸਾਲਾ। ਜਦ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਲੰਮੀ ਦੀਰਘਾਯੂ ਹੋਈ, 125 ਸਾਲ ਤੋਂ ਵੀ ਵਧੇਰੀ ਉਮਰ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੀ ਹੋਈ। ਕਈ ਮਹਾਂਪੁਰਸ਼ ਦੱਸਦੇ ਵੀ 150 ਸਾਲ ਦੇ ਨੇੜੇ ਬਾਬਾ ਜੀ ਦੀ ਉਮਰ ਹੋਈ। ਲੰਮੀ ਆਯੂ ਦੇ ਧਾਰਨੀ ਸਨ। ਜਗ ਮਹਿ ਦੇਹ ਧਰੀ ਚਿਰ ਕਾਲਾ। ਲੰਮੇ ਸਮੇਂ ਤੱਕ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਇਸ ਜਗਤ ਦੇ ਵਿੱਚ ਰਹੇ। ਸਦਾ ਜੋਗ ਰਸ ਭੋਗਨ ਕਰਤੇ। ਸਦਾ ਯੋਗਾ ਰਸ ਵਿੱਚ। ਯੋਗ ਰਸ ਕੀ ਹੈ ਗੁਰੂ ਖਾਲਸਾ ਜੀ? ਜੁੜੇ ਰਹਿਣ ਦਾ ਰਸ। ਯੋਗ ਦਾ ਮਤਲਬ ਹੀ ਹੈ ਜੁੜਨਾ। ਪਾਤਸ਼ਾਹ ਨੇ ਗੁਰਬਾਣੀ 'ਚ ਯੋਗ ਦੀ ਪਰਿਭਾਸ਼ਾ ਜੁੜਨ ਦੇ ਸੰਬੰਧ 'ਚ ਕੀਤੀ। ਯੁਗ ਨਾਮ ਜੁੜਨੇ ਦਾ ਹੀ ਹੁੰਦਾ ਹੈ। ਜਿਹੜਾ ਜੁੜ ਜਾਵੇ ਆਤਮ ਸਰੂਪ ਵਿੱਚ ਉਹ ਯੋਗੀ ਹੈ। ਜਿਹੜਾ ਕੇਵਲ ਕੰਨ ਪਾੜ ਕੇ ਮੁੰਦਰਾ ਪਾ ਕੇ ਸਰੀਰ ਤੇ ਸਵਾਹ ਮਲੇ ਚਿੱਪੀ ਫੜ ਕੇ ਆਖੇ ਮੈਂ ਯੋਗੀ, ਉਹ ਯੋਗੀ ਨਹੀਂ ਹੈ। ਯੋਗੀ ਉਹ ਹੈ ਏਕ ਦ੍ਰਿਸ਼ਟ ਕਰ ਸਮ ਕਰ ਰਹੀ ਹੈ, ਜੋਗੀ ਕਹੀ ਹੈ ਸੋਈ। ਜਿਹਦੀ ਇੱਕ ਸਮਾਨ ਦ੍ਰਿਸ਼ਟੀ ਬਣ ਜਾਵੇ, ਮਿੱਤਰ ਦੁਸ਼ਮਣ ਸਭ ਵਿੱਚ ਇੱਕ ਆਤਮ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਹੀ ਵੇਖੇ, ਉਹਨੂੰ ਯੋਗੀ ਕਹਿੰਦੇ ਹਨ। ਐਸੀ ਯੋਗ ਦੀ ਰਸ ਦੀ ਅਵਸਥਾ ਵਿੱਚ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬਿਰਾਜਮਾਨ ਰਹਿੰਦੇ ਹਨ। ਜਗਤ ਬਾਸ਼ਨਾ ਨਹਿ ਮਨ ਵਰਤੇ। ਜਗਤ ਦੀ ਵਾਸ਼ਨਾ ਵਿੱਚ ਬਾਬਾ ਸ਼੍ਰੀ ਚੰਦ ਜੀ ਦਾ ਮਨ ਨਹੀਂ ਵਰਤਦਾ। ਸੰਸਾਰ ਦੀ ਕੋਈ ਵਿਸ਼ੇ ਵਾਸ਼ਨਾ ਦਾ ਫੁਰਨਾ ਬਾਬਾ ਜੀ ਦੇ ਹਿਰਦੇ ਵਿੱਚ ਨਹੀਂ ਫੁਰਦਾ। ਬਾਬਾ ਜੀ ਨੇ ਇੱਕ ਗ੍ਰੰਥ ਲਿਖਿਆ, ਬਾਬਾ ਸ਼੍ਰੀ ਚੰਦ ਜੀ ਨੇ। ਉਸ ਗ੍ਰੰਥ ਦਾ ਨਾਮ ਹੈ ਤਨ ਮਾਤਰਾ। ਮਾਤਰਾ ਸਾਹਿਬ ਵੀ ਕਹਿ ਦਿੰਦੇ ਆ ਬਾਣੀ। ਉਹ ਬਾਬਾ ਸ਼੍ਰੀ ਚੰਦ ਜੀ ਨੇ ਲਿਖੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬੜੀ ਵਡਿਆਈ ਕੀਤੀ ਉਹਦੇ ਵਿੱਚ ਬਾਬਾ ਸ਼੍ਰੀ ਚੰਦ ਜੀ ਨੇ ਮਾਤਰਾ ਬਾਣੀ ਵਿੱਚ। ਉੱਥੋਂ ਪਤਾ ਲੱਗਦਾ ਬਾਬਾ ਜੀ ਕੈਸੀ ਗੂੜ ਅਵਸਥਾ ਦੇ ਰੰਗ ਵਿੱਚ ਰਹਿੰਦੇ ਸਨ ਔਰ ਯੋਗ ਰਸ ਦੀ ਅਵਸਥਾ ਨੂੰ ਹਮੇਸ਼ਾ ਮਾਣਦੇ ਹਨ। ਸੰਸਾਰ ਦੇ ਕਿਸੇ ਵਿਸ਼ੇ ਵਿਕਾਰ ਦੀ ਕੋਈ ਵਾਸ਼ਨਾ ਬਾਬਾ ਜੀ ਦੇ ਹਿਰਦੇ ਨੂੰ ਸਪਰਸ਼ ਨਹੀਂ ਕਰਦੀ। ਜਹਾਂਗੀਰ ਜਬ ਭਾ ਤੁਰਕੇਸ਼। ਹਿੰਦੁਸਤਾਨ ਦਾ ਬਾਦਸ਼ਾਹ ਜਦੋਂ ਜਹਾਂਗੀਰ ਬਣਿਆ, ਜਹਾਂਗੀਰ ਹਾਲਾਂਕਿ ਇਹਦਾ ਪਿਓ ਨਹੀਂ ਸੀ ਚਾਹੁੰਦਾ ਅਕਬਰ ਇਹਨੂੰ ਬਾਦਸ਼ਾਹ ਬਣਾਉਣਾ, ਕਿਉਂਕਿ ਜਹਾਂਗੀਰ ਸ਼ਰਾਬੀ ਬਾਦਸ਼ਾਹ ਸੀ। ਸ਼ਰਾਬ ਦੇ ਘੜੇ ਪੀ ਜਾਂਦਾ ਸੀ
ਅਕਬਰ ਨੇ ਸੋਚਿਆ ਵੀ ਇੱਕ ਸ਼ਰਾਬੀ ਬੰਦੇ ਦੇ ਹੱਥ 'ਚ ਤੁਸੀਂ ਕਿਸੇ ਦੇਸ਼ ਦਾ ਰਾਜ ਦਿਓਗੇ ਤਾਂ ਉਹ ਰਾਜ ਗਰਕ ਹੋਵੇਗਾ, ਵੀ ਜਿਹਨੇ ਦਿਨ ਰਾਤ ਅੱਖਾਂ ਹੀ ਨਹੀਂ ਖੋਲਣੀਆਂ ਸ਼ਰਾਬ ਦੇ ਨਸ਼ੇ 'ਚ, ਪ੍ਰਜਾ ਦਾ ਕੀ ਭਲਾ ਕਰੇਗਾ। ਉਹ ਆਪਣੇ ਪੋਤਰੇ ਸਹਿਜਾਦੇ ਖੁਸਰੋ ਨੂੰ ਰਾਜ ਦੇਣਾ ਚਾਹੁੰਦਾ ਸੀ, ਪਰ ਅਕਬਰ ਦੀ ਮੌਤ ਤੋਂ ਬਾਅਦ ਉਹਦੇ ਜਿਹੜੇ ਵਜ਼ੀਰ ਸੀ ਉਹਨਾਂ ਵੇਖਿਆ ਵੀ ਆਪਾਂ ਰਬੜ ਦੀ ਸਟੈਂਪ ਬਣਾਉਣੀ ਹੈ, ਰਾਜ ਆਪਾਂ ਕਰਾਂਗੇ, ਬਿਠਾ ਇਹਨੂੰ ਦੇਾਂਗੇ ਜਹਾਂਗੀਰ ਨੂੰ। ਤਾਂ ਮੁਰਤਜ਼ਾ ਖਾਨ ਵਰਗੇ, ਆ ਸ਼ੇਖ ਅਹਿਮਦ ਸਰਹੰਦੀ ਵਰਗੇ ਜਿਹੜੇ ਖਾਸ ਅਹਿਲਕਾਰ ਸੀ, ਇਹਨਾਂ ਨੇ ਜਹਾਂਗੀਰ ਨੂੰ ਤਖਤ ਤੇ ਬਿਠਾ ਦਿੱਤਾ। ਤੋ ਜਹਾਂਗੀਰ ਜਿਸ ਵਕਤ ਹਿੰਦੁਸਤਾਨ ਦਾ ਬਾਦਸ਼ਾਹ ਬਣਿਆ, ਉਹ ਲਾਹੌਰ ਚੱਲ ਕੇ ਆਇਆ। सुन कै इनको सुजस विशेष। ਬਾਦਸ਼ਾਹ ਜਹਾਂਗੀਰ ਨੇ ਬਾਬਾ ਸ਼੍ਰੀ ਚੰਦ ਜੀ ਦੀ ਮਹਿਮਾ ਸੁਣੀ। ਕਿਸੇ ਨੇ ਬਾਬਾ ਸ਼੍ਰੀ ਚੰਦ ਜੀ ਦੀ ਵਡਿਆਈ ਬਾਦਸ਼ਾਹ ਜਹਾਂਗੀਰ ਨੂੰ ਸਰਵਣ ਕਰਵਾਈ ਕਿ ਗੁਰੂ ਨਾਨਕ ਸਾਹਿਬ ਦੇ ਸੁਪੁੱਤਰ ਹਨ ਬਾਬਾ ਸ਼੍ਰੀ ਚੰਦ ਜੀ, ਬੜੀ ਵੱਡੀ ਉੱਚੀ ਰੂਹ ਦੇ ਮਾਲਕ, ਆਤਮਾ ਦੇ ਮਾਲਕ ਹਨ। ਤਾਂ ਜਹਾਂਗੀਰ ਦੇ ਮਨ 'ਚ ਸੰਕਲਪ ਹੋਇਆ ਵੀ ਉਹਨਾਂ ਦੇ ਦਰਸ਼ਨ ਕਰੀਏ। ਕਈ ਬਾਰ ਨਿਜ ਮਨੁਜ ਪਠਾਏ। ਜਹਾਂਗੀਰ ਨੇ ਕਈ ਵਾਰ ਜਿੱਥੇ ਬਾਬਾ ਸ਼੍ਰੀ ਚੰਦ ਜੀ ਡੇਰਾ ਬਾਬਾ ਨਾਨਕ ਵਿਖੇ ਬਿਰਾਜਮਾਨ ਸਨ, ਕਈ ਵਾਰ ਆਪਣੇ ਬੰਦੇ ਭੇਜੇ ਕਿ ਬਾਬਾ ਜੀ ਨੂੰ ਬੇਨਤੀ ਕਰੋ ਤੇ ਉਹਨਾਂ ਨੂੰ ਆਖੋ ਵੀ ਲਾਹੌਰ ਆ ਕੇ ਦਰਸ਼ਨ ਦੇਣ। ਬਿਨੈ ਠਾਨ ਕੈ ਨਿਕਟ ਬੁਲਾਏ। ਬਾਬਾ ਸ਼੍ਰੀ ਚੰਦ ਜੀ ਬੇਪਰਵਾਹੀ ਦੇ ਆਲਮ 'ਚ ਰਹਿੰਦੇ ਸਨ। ਜਦੋਂ ਬਾਰ-ਬਾਰ ਇਹਨੇ ਬੰਦੇ ਭੇਜੇ, ਉਹਨਾਂ ਨੇ ਆ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਬੇਨਤੀਆਂ ਕੀਤੀਆਂ। ਕਰਾਮਾਤ ਕੋ ਚਾਹਤ ਦੇਖਾ। ਬਾਬਾ ਜੀ ਨੇ ਵੀ ਸੰਕਲਪ ਕੀਤਾ ਕਿ ਚਲੋ ਚੱਲ ਕੇ ਮਿਲ ਆਉਂਦੇ ਆ ਬਾਦਸ਼ਾਹ ਨੂੰ। ਬਾਦਸ਼ਾਹ ਦੇ ਮਨ ਵਿੱਚ ਇੱਛਾ ਸੀ ਕਿ ਮੈਂ ਉਹਨਾਂ ਨੂੰ ਸੱਦ ਕੇ ਕਰਾਮਾਤ ਵੇਖਾਂਗਾ। ਮੁਸਲਮਾਨ ਧਰਮ ਦੇ ਵਿੱਚ, ਮਜ਼ਹਬ ਦੇ ਵਿੱਚ ਉਹਨੂੰ ਪੀਰ ਮੰਨਦੇ ਨੇ ਜਿਹਦੇ 'ਚ ਕਰਾਮਾਤ ਹੋਵੇ, ਜਿਹਦੇ 'ਚ ਕਰਾਮਾਤ ਨਹੀਂ ਉਹਨੂੰ ਪੀਰ ਨਹੀਂ ਮੰਨਦੇ। ਇਹ ਉਹਨਾਂ ਦਾ ਵਿਧਾਨ ਹੈ। ਹੁਣ ਬਾਦਸ਼ਾਹ ਚਾਹੁੰਦਾ ਸੀ ਵੀ ਬਾਬਾ ਸ਼੍ਰੀ ਚੰਦ ਜੀ ਜੇ ਪੀਰ ਨੇ ਤੇ ਉਹ ਆ ਕੇ ਮੈਨੂੰ ਕੋਈ ਅਜਮਤ ਕਰਾਮਾਤ ਵਿਖਾਉਣਗੇ ਤੇ ਮੈਂ ਵੇਖਾਂਗਾ। ਇਹ ਮਨ 'ਚ ਇੱਛਾ ਸੀ ਜਹਾਂਗੀਰ ਦੇ। ਕੌਤਕ ਜਿਸ ਕੇ ਹਿਰਦੈ ਵਿਸ਼ੇਖਾ। ਮਨ 'ਚ ਕੌਤਕ ਵੇਖਣ ਦੀ ਇੱਛਾ ਸੀ। ਗੋਦੜੀਆ ਸੇਵਕ ਰਹਿ ਨਾਲੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਦੇ ਸੇਵਕ ਸਨ ਭਾਈ ਗੋਦੜੀਆ ਜੀ। ਭਾਈ ਗੋਦੜੀਆ ਜੀ ਜਿਨ੍ਹਾਂ ਨੂੰ ਭਾਈ ਕਮਾਲੀਆ ਜੀ ਵੀ ਕਹਿੰਦੇ ਸਨ। ਮਹਾਰਾਜ ਗੁਰੂ ਨਾਨਕ ਸਾਹਿਬ ਦੀ ਬੜੀ ਸੇਵਾ ਕੀਤੀ ਨਾ ਪਹਿਲੋਂ। ਜਦੋਂ ਸਤਿਗੁਰੂ ਜੀ ਸੱਚਖੰਡ ਚਲੇ ਗਏ, ਗੁਰੂ ਘਰ ਦੇ ਸੇਵਾਦਾਰ ਸਨ। ਮਹਾਰਾਜ ਜੀ ਦੇ ਮਾਲ ਡੰਗਰ ਨੂੰ ਘਾਹ ਪੱਠੇ ਦੀ ਸੇਵਾ ਭਾਈ ਕਮਾਲੀਆ ਜੀ ਕਰਦੇ ਸੀ। ਬਾਅਦ ਵਿੱਚ ਫਿਰ ਬਾਬਾ ਸ਼੍ਰੀ ਚੰਦ ਜੀ ਦੀ ਸੇਵਾ ਵਿੱਚ ਰਹੇ। ਬਾਠ ਸਾਹਿਬ ਵੀ ਬਾਬਾ ਸ਼੍ਰੀ ਚੰਦ ਜੀ ਦੀ ਬੜੇ ਲੰਮੇ ਸਮੇਂ ਤੱਕ ਭਾਈ ਕਮਾਲੀਆ ਜੀ ਨੇ ਸੇਵਾ ਕੀਤੀ ਤੇ ਬਾਬਾ ਜੀ ਇਹਨਾਂ ਨੂੰ ਗੋਦੜੀਆ ਕਹਿ ਕੇ ਬੁਲਾਇਆ ਕਰਦੇ ਸਨ। ਭਾਈ ਗੋਦੜੀਆ ਜੋ ਬਾਬਾ ਸ਼੍ਰੀ ਚੰਦ ਜੀ ਦਾ ਸੇਵਕ ਹੈ, ਤਿਸ ਕੇ ਕੰਧ ਚੜੈ ਜਬ ਚਾਲੇ। ਬਾਬਾ ਜੀ ਬਿਰਧ ਹੋ ਚੁੱਕੇ ਸਨ, ਅਵਸਥਾ ਵਡੇਰੀ ਸੀ। ਜਦੋਂ ਕਿਤੇ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣਾ ਤਾਂ ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋ ਜਾਣਾ, ਉਹਨਾਂ ਮੋਢਿਆਂ ਤੇ ਚੱਕ ਲੈਣਾ ਤੇ ਥੋੜਾ ਥੋੜਾ ਪੈਂਡਾ ਤੈਅ ਕਰਕੇ ਚੱਲ ਪੈਣਾ। ਔਰ ਉਹਨਾਂ ਨੂੰ ਇੰਨਾ ਬਲ ਦੇ ਦੇਣਾ ਵੀ ਬਾਬਾ ਸ਼੍ਰੀ ਚੰਦ ਜੀ ਦਾ ਸਰੀਰ ਉਹਨਾਂ ਨੇ ਚੱਕ ਲੈਣਾ। ਹਾਂਜੀ, ਨਾਹੇ ਤਾਂ ਟਿਕੇ ਰਹਿ ਨਿਜ ਥਾਨ। ਭਾਈ ਗੋਦੜੀਆ ਜੇ ਕਿਤੇ ਲੈ ਜਾਂਦਾ ਤਾਂ ਬਾਬਾ ਸ਼੍ਰੀ ਚੰਦ ਜੀ ਜਾਂਦੇ, ਨਹੀਂ ਤਾਂ ਇੱਕ ਜਗ੍ਹਾ ਤੇ ਟਿਕ ਕੇ ਰਹਿੰਦੇ ਸਨ। ਸਦਾ ਲਗਾਏ ਰੱਖੈ ਧਿਆਨ। ਸਦਾ ਆਪਣੀ ਸਮਾਧੀ 'ਚ ਸਥਿਤ ਰਹਿੰਦੇ ਸੀ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ। ਆਪਣੇ ਨਿਜ ਆਨੰਦ ਵਿੱਚ ਸਮਾਧੀ ਦੀ ਅਵਸਥਾ 'ਚ ਕਿੰਨੀ ਲੰਮੀ ਸਮਾਧੀ ਹੋਵੇਗੀ ਵੀ 62 ਸਾਲ ਤੱਕ ਲਗਾਤਾਰ ਨਿਰੰਤਰ ਸਮਾਧੀ ਦੀ ਸਾਧਨਾ 'ਚ ਸਥਿਤ ਰਹੇ ਬਾਬਾ ਸ਼੍ਰੀ ਚੰਦ ਜੀ। ਕਦੇ ਕਿਤੇ ਨੇਤਰ ਖੋਲਦੇ, ਮੁੜ ਕੇ ਫਿਰ ਸਮਾਧੀ ਸਥਿਤ ਹੋ ਜਾਂਦੇ ਸਨ। ਜਿਸ ਪਰ ਚੜ ਲਵਪੁਰੀ ਸਿਧਾਰੇ। ਜਦੋਂ ਬਾਦਸ਼ਾਹ ਦੇ ਬੰਦੇ ਆ ਕੇ ਬਾਰ-ਬਾਰ ਬੇਨਤੀਆਂ ਕਰਨ ਲੱਗੇ ਜੀ ਲਾਹੌਰ ਚੱਲ ਕੇ ਬਾਦਸ਼ਾਹ ਨੂੰ ਦਰਸ਼ਨ ਦਿਓ, ਤਾਂ ਬਾਬਾ ਜੀ ਨੇ ਤਿਆਰੀ ਕੀਤੀ। ਭਾਈ ਗੋਦੜੀਆ ਜੀ ਦੇ ਮੋਢਿਆਂ ਤੇ ਉਹ ਕਹਿਣ ਲੱਗਾ ਜੀ ਆਪਾਂ ਹਾਥੀ ਤੇ ਲੈ ਕੇ ਆਏ ਆ, ਤੁਹਾਡੇ ਲਈ ਘੋੜੇ ਲੈ ਕੇ ਆਏ ਆ, ਤੁਸੀਂ ਘੋੜੇ ਤੇ ਸਵਾਰ ਹੋ ਜਾਓ, ਹਾਥੀ ਤੇ ਸਵਾਰ ਹੋ ਜਾਓ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਕਹਿਣ ਲੱਗੇ ਇਹ ਹਾਥੀ ਘੋੜੇ ਬਾਦਸ਼ਾਹਾਂ ਨੂੰ ਮੁਬਾਰਕ,
ਸਾਨੂੰ ਤਾਂ ਸਾਡਾ ਸੇਵਕ ਭਾਈ ਗੋਦੜੀਆ ਹੀ ਲੈ ਆਵੇਗਾ। ਤੋ ਭਾਈ ਗੋਦੜੀਏ ਦੇ ਮੋਢਿਆਂ ਤੇ ਸਵਾਰ ਹੋ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਆਪਣੇ ਸਥਾਨ ਤੋਂ ਲਾਹੌਰ ਨੂੰ ਚੱਲੇ ਹਨ। ਸਨੈ ਸਨੈ ਤਹਿ ਪਹੁੰਚ ਸੁਖਾਰੇ। ਸਹਿਜੇ ਸਹਿਜੇ ਪੈਂਡਾ ਤੈਅ ਕਰਦਿਆਂ ਕਰਦਿਆਂ ਸੁਖਾਲੇ ਤਰੀਕੇ ਨਾਲ ਲਾਹੌਰ ਪਹੁੰਚ ਗਏ। ਇੱਕ ਦਿਨ ਡੇਰਾ ਤਹਾਂ ਟਿਕਾਏ। ਇੱਕ ਦਿਨ ਰਾਤ ਦਾ ਸਮਾਂ ਤੇ ਬਾਬਾ ਸ਼੍ਰੀ ਚੰਦ ਜੀ ਨੇ ਇੱਥੇ ਹੀ ਬਤੀਤ ਕੀਤਾ। ਪੁਨ ਤੁਰ ਕੇ ਸ਼ੁਰ ਨਿਕਟ ਬੁਲਾਏ। ਅਗਲੇ ਦਿਨ ਬਾਦਸ਼ਾਹ ਜਹਾਂਗੀਰ ਨੇ ਬਾਬਾ ਸ਼੍ਰੀ ਚੰਦ ਜੀ ਨੂੰ ਆਪਣੀ ਸਭਾ ਵਿੱਚ ਬੁਲਾਇਆ। ਜਨ ਗੋਦੜੀਏ ਪਰ ਆਰੂੜ। ਆਪਣੇ ਸੇਵਕ ਭਾਈ ਗੋਦੜੀਏ ਦੇ ਉੱਤੇ ਸਵਾਰ ਹੋ ਕੇ ਪਹੁੰਚੇ ਤਹਿ ਆਸ਼ੈ ਜਿਨ ਗੂੜ। ਬਾਬਾ ਸ਼੍ਰੀ ਚੰਦ ਜੀ ਬਾਦਸ਼ਾਹ ਦੀ ਸਭਾ 'ਚ ਪਹੁੰਚੇ। ਐਸੇ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਦਾ ਬੜਾ ਗੂੜ ਆਸ਼ਾ ਹੈ। ਗੂੜ ਆਸ਼ਾ ਜਿਹਨੂੰ ਆਤਮ ਆਨੰਦ ਦੀ ਖੇਡ ਕਹਿੰਦੇ ਹਨ। ਖਾਲਸਾ ਜੀ ਅਸੀਂ ਆਤਮ ਆਨੰਦ ਦੀ ਬਾਤ ਕਰਦੇ ਹਾਂ, ਆਨੰਦ 'ਚ ਭਰ ਜਾਂਦੇ ਹਾਂ। ਰਸ ਜਿਹਾ ਆਉਣ ਲੱਗ ਪੈਂਦਾ ਜਦੋਂ ਆਤਮਿਕ ਖੇੜੇ ਦੀ, ਆਤਮਿਕ ਆਨੰਦ ਦੀ ਗੱਲ ਕਰੀਏ, ਸਮਾਧੀ ਸਥਿਤ ਅਵਸਥਾ ਦੀ ਬਾਤ ਕਰੀਏ। ਜਿਹੜੇ ਮਹਾਂਪੁਰਸ਼ ਇਸ ਅਵਸਥਾ ਨੂੰ ਮਾਣਦੇ ਹੋਣਗੇ ਉਹਨਾਂ ਅੰਦਰ ਕਿੰਨਾ ਆਨੰਦ ਵਰਤਦਾ ਹੋਵੇਗਾ। ਅਸੀਂ ਤਾਂ ਗੱਲ ਕਰਦੇ ਹਾਂ, ਆਨੰਦ 'ਚ ਭਰ ਜਾਂਦੇ ਆ ਨਾ। ਜਿਹੜੇ ਉੱਥੇ ਰਹਿੰਦੇ ਨੇ ਹਮੇਸ਼ਾ ਉਸ ਅਵਸਥਾ 'ਚ, ਉਹਨਾਂ ਅੰਦਰ ਕੈਸਾ ਆਨੰਦ, ਗੂੜ ਸਿਧਾਂਤ, ਗੂੜ ਬਿਰਤੀ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਬੜੀ ਡੂੰਘੀ ਅਵਸਥਾ 'ਚ ਰਹਿੰਦੇ ਹਨ। ਪਹੁੰਚ ਤੀਰ ਜਬ ਸਨਮੁਖ ਦੀਖਾ। ਜਦੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਆਏ, ਸਾਹਮਣੇ ਬਾਦਸ਼ਾਹ ਨੂੰ ਬੈਠਿਆਂ ਵੇਖਿਆ। ਤਹਿ ਉਤਰੇ ਤਨ ਸ਼ੰਭੂ ਸਰੀਖਾ। ਕਹਿੰਦੇ ਬਾਬਾ ਸ਼੍ਰੀ ਚੰਦ ਜੀ ਤੇੜ ਲੰਗੋਟ ਰੱਖਦੇ ਸਨ ਔਰ ਇੱਕ ਖਿੰਥਾ ਰੱਖਿਆ ਕਰਦੇ ਸੀ ਮੋਢੇ ਤੇ। ਉਦਾਸੀ ਭੇਖ ਦੇ ਮਾਲਕ ਸਨ। ਤਨ ਪਰ ਕੀ ਖਿੰਥਾ ਸੋ ਉਤਾਰੀ। ਬਾਬਾ ਜੀ ਦੇ ਮੋਢੇ ਤੇ ਨਾ ਇੱਕ ਝੋਲੀ ਸੀ, ਖਿੰਥਾ, ਜਿਵੇਂ ਆਮ ਯੋਗੀ ਲੋਕ ਆਪਣੇ ਮੋਢੇ ਤੇ ਰੱਖ ਲੈਂਦੇ, ਉਹਦੇ 'ਚ ਆਪਣਾ ਰਾਗ ਸਾਜ ਰੱਖ ਲੈਂਦੇ, ਸਵਾਇਆ ਜਿਹਾ। ਤੋ ਬਾਬਾ ਜੀ ਦੇ ਮੋਢੇ ਦੇ ਉੱਤੇ ਨਾ ਇੱਕ ਝੋਲੀ ਸੀ, ਖਿੰਥਾ। ਉਹ ਬਾਬਾ ਜੀ ਜਦੋਂ ਆਏ ਨਾ ਬਾਦਸ਼ਾਹ ਦੀ ਕਚਹਿਰੀ 'ਚ, ਤੇ ਲਾ ਕੇ ਬਾਦਸ਼ਾਹ ਦੇ ਸਾਹਮਣੇ ਜਦੋਂ ਅੰਦਰ ਆਉਣਾ ਸੀ, ਉਹ ਝੋਲੀ ਬਾਬਾ ਸ਼੍ਰੀ ਚੰਦ ਜੀ ਨੇ ਰੱਖ ਦਿੱਤੀ। ਧਰੀ ਤਹਾਂ ਜਹ ਪਰ ਹੈ ਨਿਹਾਰੀ। ਔਰ ਉੱਥੇ ਨਿਗਾਹ ਪੈਂਦੀ ਸੀ ਬਾਦਸ਼ਾਹ ਦੀ ਵੀ। ਉੱਥੇ ਰੱਖੀ ਉਹ ਖਿੰਥਾ, ਉਹ ਗੋਦੜੀ ਉੱਥੇ ਲਿਆ ਕੇ ਰੱਖੀ ਜਿੱਥੇ ਬਾਦਸ਼ਾਹ ਵੀ ਵੇਖ ਰਿਹਾ ਸੀ। ਬਿਰਧ ਅਵਸਥਾ ਤਬ ਚੱਲ ਗਏ। ਬਿਰਧ ਅਵਸਥਾ ਸੀ ਬਾਬਾ ਸ਼੍ਰੀ ਚੰਦ ਜੀ ਦੀ। ਸਹਿਜੇ ਸਹਿਜੇ ਚੱਲ ਕੇ ਬਾਦਸ਼ਾਹ ਦੇ ਕੋਲ ਆਏ। ਸਾਦਰ ਬੋਲ ਬਿਠਾਵਤ ਭਏ। ਬਾਦਸ਼ਾਹ ਜਹਾਂਗੀਰ ਨੇ ਬੜਾ ਸਨਮਾਨ ਕੀਤਾ, ਸਤਕਾਰ ਕਰਕੇ ਬਾਬਾ ਸ਼੍ਰੀ ਚੰਦ ਜੀ ਨੂੰ ਬਿਠਾਇਆ। ਕਰਿਓ ਪਰਸ ਪਰ ਬਾਕ ਬਿਲਾਸ। ਔਰ ਆਪਸ ਵਿੱਚ ਬਚਨ ਬਿਲਾਸ ਚੱਲ ਪਏ, ਗੱਲਬਾਤ ਹੋਣ ਲੱਗ ਪਈ। ਉੱਤਰ ਉਚਿਤ ਦਿਓ ਤਿਸ ਪਾਸ। ਬਾਦਸ਼ਾਹ ਨੇ ਕੋਈ ਜਗਿਆਸਾ ਨਾਲ ਆਪਣੇ ਸਵਾਲ ਕੀਤੇ। ਬਾਬਾ ਸ਼੍ਰੀ ਚੰਦ ਜੀ ਨੇ ਇਹਦੇ ਸਵਾਲਾਂ ਦਾ ਜਵਾਬ ਇਹਨੂੰ ਦੇ ਕੇ ਸੰਤੁਸ਼ਟ ਕੀਤਾ। ਪੁਨ ਤੁਰ ਕੇਸ਼ ਬਿਲੋਕਨ ਕਰੀ। ਗੱਲਾਂ ਬਾਤਾਂ ਕਰਦਿਆਂ ਕਰਦਿਆਂ ਬਾਦਸ਼ਾਹ ਜਹਾਂਗੀਰ ਦੀ ਨਿਗਾਹ ਉਸ ਗੋਦੜੀ ਤੇ ਪਈ ਜਿਹੜੀ ਬਾਬਾ ਜੀ ਰੱਖ ਕੇ ਆਏ ਸਨ। ਉਸ ਗੋਦੜੀ ਵੱਲ ਬਾਦਸ਼ਾਹ ਦੀ ਨਿਗਾਹ ਪਈ। ਖਿੰਥਾ ਬਹੁ ਕੰਪਤ ਜਹ ਧਰੀ। ਕੀ ਵੇਖਦੇ ਨੇ ਵੀ ਉਹ ਜਿਹੜੀ ਗੋਦੜੀ ਹੈ, ਖਿੰਥਾ ਝੋਲੀ, ਉਹ ਬੜੀ ਕੰਬ ਰਹੀ ਹੈ। ਇੱਕ ਜਗ੍ਹਾ ਥੱਲੇ ਰੱਖੀ ਹੈ, ਕੱਪੜੇ ਦੀ ਖਿੰਥਾ ਹੈ, ਝੋਲੀ ਹੈ, ਤੇ ਉਹ ਕੰਬੀ ਜਾਂਦੀ ਹੈ। ਇਤੇ ਉਤ ਚਲ ਹੈ ਉਠ ਹੈ ਗਿਰ ਧਰਨੀ। ਉਹ ਜਿਹੜੀ ਝੋਲੀ ਹੈ ਕਦੇ ਸੱਜੇ ਹੁੰਦੀ ਹੈ, ਕਦੇ ਖੱਬੇ, ਕਦੇ ਉੱਪਰ ਉੱਠਦੀ ਹੈ, ਕਦੇ ਥੱਲੇ ਡਿੱਗਦੀ ਹੈ। ਕਬ ਇਕੱਠੀ ਕਬ ਹੋਏ ਪਸਰਨੀ। ਕਦੇ ਬਿਲਕੁਲ ਹੀ ਇਕੱਠੀ ਹੋ ਜਾਂਦੀ ਹੈ ਤੇ ਕਦੇ ਫੈਲ ਜਾਂਦੀ ਹੈ। ਕਬ ਉੱਚੇ ਹੋਏ ਲੈ ਅੰਗਰਾਈ। ਕਦੇ ਉੱਚੀ ਹੋ ਕੇ ਜਿਵੇਂ ਕੋਈ ਅੰਗੜਾਈ ਨਹੀਂ ਭਰਦਾ ਹੁੰਦਾ, ਏਦਾਂ ਅੰਗੜਾਈ ਭਰਦੀ ਹੈ ਉਹ ਝੋਲੀ। ਕਬ ਹੈ ਜੰਭਾਈ ਕੀ ਸਮਤਾਈ। ਤੇ ਕਦੇ ਏਦਾਂ ਮੂੰਹ ਕੱਢਦੀ ਹੈ, ਏਦਾਂ ਜਾਪਦਾ ਵੀ ਜਿਵੇਂ ਉਬਾਸੀ ਲੈਂਦੀ ਹੋਵੇ। ਏਦਾਂ ਉਹਦੀ ਦਸ਼ਾ ਜਿਹੜੀ ਉਹ ਗੋਦੜੀ ਦੀ ਨਜ਼ਰ ਆ ਰਹੀ ਹੈ। ਕੰਪਤ ਖਿੰਥਾ ਪਿਖ ਬਿਸਮਾਇਓ। ਕਦੇ ਬੜੀ ਤੇਜ਼ੀ ਨਾਲ ਕੰਬਣ ਲੱਗ ਪੈਂਦੀ ਹੈ ਤੇ ਕਦੇ ਜ਼ਮੀਨ ਤੇ ਪਸਰ ਜਾਂਦੀ ਹੈ। ਹਿਤ ਬੂਜਨ ਤੁਰ ਕੇਸ਼ ਅਲਾਇਓ। ਬਾਦਸ਼ਾਹ ਵੇਖੀ ਜਾਂਦਾ ਤੇ ਹੈਰਾਨ ਹੋਈ ਜਾਂਦਾ ਵੀ ਇਹ ਗੋਦੜੀ 'ਚ ਪਤਾ ਨਹੀਂ ਬਾਬਾ ਸ਼੍ਰੀ ਚੰਦ ਜੀ ਕੀ ਪਾ ਕੇ ਆਏ ਆ, ਵੀ ਕਿਹੜੀ ਸ਼ੈ ਇਹਦੇ ਵਿੱਚ ਸਮਝ ਨਹੀਂ ਪਈ ਆਉਂਦੀ ਵੀ ਇਹ ਹਿੱਲੀ ਜਾਂਦੀ ਹੈ, ਕਦੇ ਕੰਬਦੀ ਹੈ, ਕਦੇ
ਇਦਾਂ ਜਾਪਦਾ ਜਿਵੇਂ ਉਬਾਸੀ ਲੈਂਦੀ ਹੋਵੇ, ਕਦੇ ਅੰਗੜਾਈ ਭੰਨਦੀ ਦਿਸਦੀ ਹੈ, ਕਦੇ ਉੱਪਰ ਉੱਠਦੀ ਹੈ, ਕਦੇ ਜ਼ਮੀਨ ਤੇ ਡਿੱਗ ਕੇ ਪਸਰ ਜਾਂਦੀ ਹੈ। ਬਾਦਸ਼ਾਹ ਵੇਖ ਰਿਹਾ ਸੀ, ਵੇਖ ਵੇਖ ਕੇ ਹੈਰਾਨ ਹੋ ਰਿਹਾ ਹੈ। ਤਰੈ ਗੋਦਰੀ ਕਿਆ ਤਜ ਆਏ। ਉਹਦਾ ਨਿਗਾਹ ਜਦੋਂ ਪਈ ਨਾ ਗੋਦੜੀ ਵੱਲ ਗੱਲਬਾਤ ਕਰਦਿਆਂ, ਤੇ ਬਾਬਾ ਜੀ ਨੂੰ ਕਹਿਣ ਲੱਗਾ, ਬਾਬਾ ਜੀ ਇਹ ਗੋਦੜੀ ਦੇ ਥੱਲੇ ਕੀ ਰੱਖ ਕੇ ਆਏ ਹੋ? ਇਹ ਗੋਦੜੀ ਹਿੱਲੀ ਜਾਂਦੀ ਹੈ, ਵੀ ਕੋਈ ਜੀਵ ਜੰਤੂ ਹੈ ਇਹਦੇ 'ਚ, ਵੀ ਇਹ ਕੀ ਕਿਉਂ ਹਿੱਲੀ ਜਾਂਦੀ ਹੈ, ਇਹਦੇ ਥੱਲੇ ਕੀ ਰੱਖ ਕੇ ਆਏ ਹੋ? ਇਤ ਉਤ ਹੋਤ ਬਿਕੁਲ ਅਕੁਲਾਏ। ਇੱਧਰ ਉੱਧਰ ਹੋ ਰਹੀ ਹੈ, ਬੜੀ ਵਿਆਕੁਲ ਜੀ ਜਾਪਦੀ ਹੈ। ਸੁਨਤ ਕਹਿਓ ਸ਼੍ਰੀ ਨਾਨਕ ਨੰਦ। ਗੁਰੂ ਨਾਨਕ ਸਾਹਿਬ ਦੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਨੇ ਜਹਾਂਗੀਰ ਦੀ ਗੱਲ ਸੁਣੀ ਤੇ ਬੋਲੇ, ਦਰਵੇਸ਼ਨ ਕੇ ਖਿਆਲ ਬਿਲੰਦ। ਕਹਿਣ ਲੱਗੇ, ਬਾਦਸ਼ਾਹ ਦਰਵੇਸ਼ਾਂ ਦੇ ਖਿਆਲ ਉੱਚੇ ਹੁੰਦੇ ਐ, ਦਰਵੇਸ਼ਾਂ ਦੀਆਂ ਜਿਹੜੀਆਂ ਖੇਡਾਂ ਤੇ ਕੌਤਕ ਹੁੰਦੇ ਨੇ ਉਹ ਬੜੇ ਡੂੰਘੇ ਹੁੰਦੇ ਨੇ। ਇਨਕੋ ਅੰਤ ਲੈਣ ਭਲ ਨਾਹੀ। ਦਰਵੇਸ਼ਾਂ ਦਾ ਅੰਤ ਨਹੀਂ ਲਈਦਾ, ਤੂੰ ਬਸ ਸ਼ਾਂਤ ਹੋ ਜਾ, ਵੀ ਇਹਦੇ 'ਚ ਕੀ ਹੈ ਪੁੱਛਣ ਦੀ ਲੋੜ ਨਹੀਂ ਤੈਨੂੰ। ਬਾਬਾ ਜੀ ਕਹਿੰਦੇ ਵੀ ਇਹ ਦਰਵੇਸ਼ਾਂ ਦੇ ਕੌਤਕ ਹੁੰਦੇ ਆ, ਚੋਜ ਹੁੰਦੇ ਆ, ਤੇ ਬੜੇ ਗੂੜ ਸਿਧਾਂਤ ਹੁੰਦੇ ਆ, ਤੇ ਉਹਨਾਂ ਦਾ ਅੰਤ ਨਹੀਂ ਲਈਦਾ। ਸਾਧੂ ਦੀ ਪਰਖ ਨਹੀਂ ਕਰੀਦੀ, ਸਾਧੂਆਂ ਦਾ ਅੰਤ ਨਹੀਂ ਲਈਦਾ। ਨੀਕੀ ਜਿਤਕ ਸੇਵ ਬਨ ਜਾਹੀ। ਬਸ ਸੇਵਾ ਕਰਨੀ ਚਾਹੀਦੀ ਆ ਉਹਨਾਂ ਦੀ ਜਿੰਨੀ ਹੋ ਸਕੇ, ਅੰਤ ਨਹੀਂ ਲੈਣਾ ਚਾਹੀਦਾ ਕਿਸੇ ਸਾਧੂ ਦਾ, ਪਰਤਿਆ ਕੇ ਨਹੀਂ ਵੇਖਣਾ ਚਾਹੀਦਾ। ਹਾਂ, ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਜਿੰਨੀ ਹੋ ਜਾਏ। ਕੋਈ ਕਿਮ ਵਰਤੈ ਕਿਮ ਹੋਏ। ਉਹ ਕੋਈ ਮਹਾਂਪੁਰਖ ਸਾਧੂ ਕਿਵੇਂ ਵਰਤੇ, ਜਿਵੇਂ ਮਰਜ਼ੀ ਉਹਨਾਂ ਦੀ ਖੇਡ ਹੁੰਦੀ ਹੈ, ਤੇ ਤੁਹਾਡੇ ਵਰਗਿਆਂ ਨੂੰ ਚਾਹੀਦਾ ਸਾਧਕਾਂ ਨੂੰ ਕਿ ਬਸ ਉਹ ਸੇਵਾ ਟਹਿਲ ਕਰਨ, ਸਤ ਬਚਨ ਕਰਨ, ਉਹਨਾਂ ਮਹਾਂਪੁਰਸ਼ਾਂ ਸਾਧੂਆਂ ਦਾ ਅੰਤ ਪਾਣ ਦਾ ਯਤਨ ਨਾ ਕਰਨ। ਨਿਤ ਖੁਦਾਏ ਕੇ ਸਨਮੁਖ ਹੋਏ। ਹਾਂ, ਤੁਸੀਂ ਤਾਂ ਖੁਦਾ ਨੂੰ ਮਿਲਣ ਦੀ ਕਾਂਖਾ ਰੱਖੋ, ਕਿ ਜਗਿਆਸਾ ਰੱਖੋ ਵੀ ਅਸੀਂ ਖੁਦਾ ਨੂੰ ਮਿਲਣਾ ਹੈ, ਤੇ ਸਾਧੂਆਂ ਕੋਲ ਉਪਦੇਸ਼ ਸੁਣ ਕੇ ਉਹਦੀ ਕਮਾਈ ਕਰੋ। ਜਹਾਂਗੀਰ ਨੇ ਪੁਨਹ ਬਖਾਨਾ। ਜਦੋਂ ਬਾਬਾ ਜੀ ਨੇ ਕਿਹਾ ਨਾ ਵੀ ਤੂੰ ਅੰਤ ਨਾ ਲੈ, ਬਸ ਇਹ ਦਰਵੇਸ਼ਾਂ ਦੀ ਖੇਡ ਹੁੰਦੀ ਹੈ, ਬਸ ਸੇਵਾ ਟਹਿਲ ਕਰੀਦੀ ਹੈ, ਤੇ ਜਦੋਂ ਬਾਬਾ ਜੀ ਨੇ ਬਚਨ ਕਹੇ ਤੇ ਸੁਣ ਕੇ ਅੱਗੋਂ ਜਹਾਂਗੀਰ ਬੋਲਿਆ, ਮੋਹੇ ਦਿਖਾਵੋ ਕਿਰਪਾ ਨਿਦਾਨਾ। ਰਾਜੇ ਬਾਦਸ਼ਾਹ ਹਠੀਏ ਹੁੰਦੇ ਆ, ਕਹਿਣ ਲੱਗਾ, ਨਹੀਂ ਜੀ ਬਾਬਾ ਜੀ ਮੈਨੂੰ ਦਰਸ਼ਨ ਕਰਾਓ, ਇਹਦੇ ਵਿੱਚ ਹੈ ਕੀ, ਵੀ ਮੈਨੂੰ ਵਿਖਾ ਦਿਓ, ਮੈਂ ਵੇਖਣਾ ਚਾਹੁੰਦਾ ਹਾਂ ਵੀ ਇਸ ਗੋਦੜੀ ਦੇ ਥੱਲੇ ਕੀ ਹੈ। ਅਚਰਜ ਬਰਤਤ ਹੈ ਮਨ ਮੇਰੇ। ਮੇਰਾ ਮਨ ਹੈਰਾਨ ਹੋ ਰਿਹਾ, ਤੇ ਤੁਹਾਡੀ ਇਹ ਗੱਲ ਸੁਣ ਕੇ ਹੋਰ ਜਗਿਆਸਾ ਜਾਗ ਪਈ ਹੈ ਜਾਣਨੇ ਦੀ ਕਿ ਇਸ ਗੋਦੜੀ ਦੇ ਥੱਲੇ ਕੀ ਹੈ। ਖਿੰਥਾ ਕੰਪਤ ਪਰ ਹੀ ਹੇਰੇ। ਇਹ ਗੋਦੜੀ ਕੰਬ ਰਹੀ ਹੈ, ਕੰਬਦਿਆਂ ਕੰਬਦਿਆਂ ਨੂੰ ਮੈਂ ਵੇਖ ਰਿਹਾ। ਅਪਰ ਨਹੀਂ ਕਛ ਜਾਣਿਓ ਜਾਏ। ਇਹਦੇ 'ਚ ਹੋਰ ਤਾਂ ਕੁਝ ਦਿਸਦਾ ਨਹੀਂ ਹੈ, ਤਾਂ ਕੱਪੜੇ ਦੀ ਗੋਦੜੀ ਜੀ ਲੱਗਦੀ ਹੈ, ਵਿੱਚ ਕੋਈ ਜਾਨਵਰ ਵੀ ਨਹੀਂ ਲੱਗਦਾ। ਕਿਆ ਇਸ ਬਿਖੈ ਰਹਿਓ ਦੁਖ ਪਾਏ। ਇਹਦੇ 'ਚ ਕੀ ਬੰਨਿਆ ਹੋਇਆ ਤੁਸੀਂ ਜਿਹੜਾ ਦੁਖੀ ਹੋ ਰਿਹਾ ਹੈ? ਸ੍ਰੀ ਚੰਦ ਜੀ ਤਬ ਹੈ ਬੁਲਾਇਓ। ਬਾਬਾ ਸ਼੍ਰੀ ਚੰਦ ਜੀ ਕਹਿੰਦੇ, ਬਾਦਸ਼ਾਹ ਅਸੀਂ ਤੈਨੂੰ ਰੋਕਿਆ ਵੀ ਤੂੰ ਨਾ ਵੇਖ, ਦਰਵੇਸ਼ਾਂ ਦੇ ਅੰਤ ਨਹੀਂ ਲਈਦੇ, ਜੇ ਤੂੰ ਨਹੀਂ ਮੰਨਦਾ ਵੇਖਣਾ ਹੀ ਆ ਤਾਂ ਫਿਰ ਗੋਦੜੀ ਵੱਲ ਇਸ਼ਾਰਾ ਕੀਤਾ ਬਾਬਾ ਜੀ ਨੇ, ਗੋਦੜੀ ਵੱਲ ਇਸ਼ਾਰਾ ਕਰਕੇ ਬੋਲੇ, ਆਵੋ ਖਿੰਥਾ ਮੈਂ ਜੋ ਟਿਕਾਇਓ। ਕਹਿੰਦੇ ਆ ਭਾਈ ਗੋਦੜੀ 'ਚ ਜਿਹੜਾ ਤੈਨੂੰ ਅਸੀਂ ਛੱਡ ਕੇ ਆਏ ਆ ਮਾੜਾ ਜਿਹਾ ਬਾਦਸ਼ਾਹ ਨੂੰ ਆਪਣੇ ਦਰਸ਼ਨ ਦੇਈ, ਆ ਕੇ ਬਾਦਸ਼ਾਹ ਨੂੰ ਆਪਣੇ ਦੀਦਾਰ ਦੇਈ, ਇਹਨੂੰ ਵੀ ਪਤਾ ਲੱਗੇ ਤੂੰ ਕੌਣ ਹੈ, ਇਹ ਤੈਨੂੰ ਵੇਖਣਾ ਚਾਹੁੰਦਾ ਹੈ, ਜਾਣਨਾ ਚਾਹੁੰਦਾ, ਆ ਇਹਨੂੰ ਆ ਕੇ ਦਰਸ਼ਨ ਦੇ। ਤੁਰਕੇਸ਼ਰ ਕੋ ਆਪਣੋ ਆਪ। ਆ ਬਾਦਸ਼ਾਹ ਜਹਾਂਗੀਰ ਨੂੰ ਆਪਣਾ ਆਪ ਆ ਕੇ ਵਿਖਾ, ਕਰੋ ਦਿਖਾਵਨ ਸਹਿਤ ਪ੍ਰਤਾਪ। ਤੇ ਆਪਣਾ ਪੂਰਾ ਜਲਾਲ ਵਿਖਾਈ, ਥੋੜਾ ਬਹੁਤਾ ਨਹੀਂ, ਐਨ ਪੂਰਾ ਜਿਹੜਾ ਸਿਖਰ ਦਾ ਤੇਰਾ ਜਲਾਲ ਹੈ ਨਾ ਉਹ ਵਿਖਾਈ ਬਾਦਸ਼ਾਹ ਨੂੰ ਆ ਕੇ ਆਪਣਾ ਪ੍ਰਤਾਪ। ਹੁਤੋ ਗੋਦਰੀ ਮਹਿ ਜੁਰ ਭਾਰਾ। ਖਾਲਸਾ ਜੀ, ਉਸ ਗੋਦੜੀ 'ਚ ਦਰਅਸਲ ਬਾਬਾ ਸ਼੍ਰੀ ਚੰਦ ਜੀ ਨੇ ਬੁਖਾਰ ਟਿਕਾਇਆ ਹੋਇਆ ਸੀ, ਤਾਪ, ਉਹ ਬੁਖਾਰ ਉਹਦੇ 'ਚ ਟਿਕਾਇਆ ਹੋਇਆ ਸੀ। ਜਦੋਂ ਬਾਬਾ ਜੀ ਆਏ ਉਦੋਂ ਉਹਨਾਂ ਦੇ ਤਨ ਨੂੰ ਚੜਿਆ ਹੋਇਆ ਸੀ, ਤੇ ਉਹਨਾਂ ਨੇ ਆਖਿਆ ਬਾਦਸ਼ਾਹ ਨਾਲ ਗੱਲਬਾਤ ਕਰਨੀ ਹੈ, ਇਹਨੇ ਕਰਨ ਨਹੀਂ ਦੇਣੀ। ਮਹਾਂਪੁਰਸ਼ਾਂ ਨੇ ਲਾ ਕੇ ਗੋਦੜੀ 'ਚ ਟਿਕਾ ਦਿੱਤਾ ਵੀ ਅਸੀਂ ਗੱਲਬਾਤ ਕਰ ਲਈਏ,
ਆਵਾਂਗੇ ਫਿਰ ਪਰਾਲਬਧ ਮੁਤਾਬਕ ਸਾਡੇ ਸਰੀਰ ਨੂੰ। ਆ ਚੰਬੜੀ ਭਾਈ, ਜਿੰਨਾ ਚਿਰ ਤੂੰ ਸੇਵਾ ਕਰਨੀ ਕਰ ਲਈ। ਹੁਣ ਉਹ ਬੁਖਾਰ ਦੇ ਨਾਲ ਸਰੀਰ ਕੰਬਦਾ ਹੈ, ਕਦੇ ਸਰੀਰ ਪਸਰਦਾ, ਕਦੇ ਸੁੰਕਚਦਾ। ਉਹ ਸਾਰੀ ਦਸ਼ਾ ਉਸ ਗੋਦੜੀ 'ਚ ਹੋ ਰਹੀ ਸੀ। ਤੂੰ ਕਹਿੰਦੇ ਜਦੋਂ ਬਾਬਾ ਜੀ ਨੇ ਆਖਿਆ ਨਾ ਵੀ ਆ ਮਾੜਾ ਆਪਣੇ ਪ੍ਰਤਾਪ ਦੇ ਦਰਸ਼ਨ ਕਰਾ ਇਹਨੂੰ, ਬਾਦਸ਼ਾਹ ਨੂੰ ਆਪਣਾ ਜਲਾਲ ਵਿਖਾ ਵੀ ਤੂੰ ਕੌਣ ਹੈ। श्री गुर सुत ने जब है हकारा, ਜਦੋਂ ਬਾਬਾ ਸ਼੍ਰੀ ਚੰਦ ਜੀ ਨੇ ਏਦਾਂ ਆਵਾਜ਼ ਮਾਰੀ, जहांगीर कहो आन चढ़ियो है। ਕਹਿੰਦੇ ਆਵਾਜ਼ ਮਾਰਨ ਦੀ ਦੇਰੀ ਸੀ, ਇੱਕ ਅੱਖ ਦੇ ਫੋਰ ਦੇ ਵਿੱਚ ਉਹ ਜਿਹੜਾ ਤਾਪ ਸੀ ਜਹਾਂਗੀਰ ਦੇ ਤਨ ਨੂੰ ਆ ਚੜਿਆ, ਬਾਦਸ਼ਾਹ ਦੇ ਤਨ ਨੂੰ ਆ ਚੜਿਆ। शुष्क पयो मुख कंप बढ़ियो है। ਜਦੋਂ ਤਨ ਤੇ ਚੜਿਆ ਨਾ ਜਹਾਂਗੀਰ ਦੇ, ਸਰੀਰ ਸੁੱਕਣ ਲੱਗਾ, ਬੁੱਲ ਸੁੱਕਣ ਲੱਗੇ ਤੇ ਸਰੀਰ ਕੰਬਣ ਲੱਗਾ। तन रोमांच लोचन पे लाल, ਅੱਖਾਂ ਲਾਲ ਹੋ ਗਈਆਂ, ਅੱਖਾਂ 'ਚੋਂ ਪਾਣੀ ਵਗਣ ਲੱਗ ਪਿਆ। ਸਰੀਰ ਦੀਆਂ ਹੱਡੀਆਂ ਏਦਾਂ ਟੁੱਟਦੀਆਂ ਨੇ ਮਾਨੋ ਜਿਵੇਂ ਕਿਸੇ ਨੇ ਕੁੱਟਿਆ ਹੋਵੇ ਡਾਂਗਾਂ ਨਾਲ। तपते हो पीरा बड़ी विशाल, ਮੱਥਾ ਤਪਣ ਲੱਗਾ, ਸਰੀਰ ਤਪਣ ਲੱਗਾ, ਪੀੜਾ ਬਹੁਤ ਜ਼ਿਆਦਾ ਵਧੀ ਬਾਦਸ਼ਾਹ ਦੇ ਤਨ ਨੂੰ। हाड फोरनी सिर में बिरथा, ਹੱਡ ਫੋੜਨੀ ਹੋ ਰਹੀ ਹੈ, ਸਿਰ ਦੇ ਵਿੱਚ ਬੜੀ ਭਿਆਨਕ ਪੀੜਾ ਹੋਣ ਲੱਗ ਪਈ। भयो बेहाल मृतक होए जथा। ਕਹਿੰਦੇ ਜਿਹੜਾ ਬੈਠਾ ਸੀ ਉੱਤੇ ਤਖਤ ਤੇ ਥੱਲੇ ਡਿੱਗ ਪਿਆ ਜ਼ਮੀਨ ਤੇ, ਕੰਬਣ ਲੱਗਾ। ਕਦੇ ਉੱਠ ਕੇ ਬੈਠੇ, ਕਦੇ ਲੇਟ ਜਾਏ, ਕਦੇ ਜੰਭਾਈਆਂ ਲਵੇ ਤੇ ਕਦੇ ਆਪਣੇ ਸਰੀਰ ਦੀਆਂ ਗੜਾਈਆਂ ਭੰਨੇ। हाथ जोर कह मोहे ना दिखावो, ਜ਼ਮੀਨ ਤੇ ਡਿੱਗਾ ਹੋਇਆ ਹੈ, ਹੱਥ ਜੋੜ ਕੇ ਕਹਿੰਦਾ ਬਾਬਾ ਜੀ ਬਸ ਮੈਂ ਨਹੀਂ ਹੋਰ ਵੇਖਣਾ। ਬਾਬਾ ਜੀ ਕਹਿੰਦੇ ਕੋਈ ਨਹੀਂ, ਹਾਲੇ ਝਟਕ ਹੋਰ ਦਰਸ਼ਨ ਕਰ ਲੈ, ਚੰਗੀ ਤਰ੍ਹਾਂ ਤਸੱਲੀ ਹੋ ਜੂ। ਤੈਨੂੰ ਕਿਹਾ ਸੀ ਵੀ ਸਾਧੂਆਂ ਦੇ ਪ੍ਰਤਾਪ ਦੀ ਬਸ ਪੂਜਾ ਹੀ ਕਰੀਦੀ ਹੈ, ਉਹਨਾਂ ਦਾ ਅੰਤ ਨਹੀਂ ਪਾਈਦਾ ਵੀ ਉਹਨਾਂ ਦੀ ਝੋਲੀ 'ਚ ਕੀ ਹੈ, ਖਿੰਥਾ 'ਚ ਕੀ ਹੈ। ਇਦਾਂ ਦੇ ਸਵਾਲ ਜਵਾਬ ਨਹੀਂ ਕਰੀਦੇ, ਬਸ ਉਹਨਾਂ ਦੀ ਸੇਵਾ ਟਹਿਲ ਕਰੀਦੀ ਹੈ। ਨਹੀਂ ਮੰਨਦਾ, ਹੁਣ ਕਰ ਲੈ ਦਰਸ਼ਨ, ਤੂੰ ਆਪ ਹੀ ਕਿਹਾ ਸੀ ਵੇਖਣ ਨੂੰ। ਤੋ ਇਹ ਹੱਥ ਜੋੜ ਕੇ ਮਿੰਨਤਾਂ ਕਰੇ, ਕਹਿੰਦਾ ਬਾਬਾ ਜੀ ਬਸ ਹੁਣ ਹੋ ਗਏ ਨੇ ਦਰਸ਼ਨ। महा दुखद को शीघ्र हटावो, ਇਹ ਤਾਂ ਬੜਾ ਦੁੱਖ ਦੇ ਰਿਹਾ, ਮੇਰਾ ਤਨ ਤੋੜ ਕੇ ਰੱਖ ਦਿੱਤਾ, ਕਿਤੇ ਪ੍ਰਾਣ ਹੀ ਨਾ ਨਿਕਲ ਜਾਣ ਮੇਰੇ, ਇਹਦੇ ਤੋਂ ਮੈਨੂੰ ਛੁਡਾਓ, ਬਚਾਓ। नाहे ता प्राण हान होए मेरे, ਨਹੀਂ ਤਾਂ ਇਹਨੇ ਮੇਰੇ ਪ੍ਰਾਣ ਕੱਢ ਲੈਣੇ ਐ। ਸਰੀਰ ਤਪਣ ਲੱਗ ਪਿਆ ਹੈ। तुम समरथ सब रीत बडेरे। ਬਾਬਾ ਜੀ ਤੁਸੀਂ ਸਮਰੱਥ ਹੋ। ਖਾਲਸਾ ਜੀ ਇੱਥੇ ਵੇਖੋ, ਕਰਾਮਾਤ ਵਿਖਾ ਵੀ ਦਿੱਤੀ ਤੇ ਵਿਖਾਈ ਵੀ ਨਹੀਂ, ਵਿਖਾ ਵੀ ਦਿੱਤੀ ਤੇ ਨਹੀਂ ਵੀ ਵਿਖਾਈ, ਯਾਨੀ ਕਿ ਕਲਾ ਪ੍ਰਗਟ ਵੀ ਹੋਈ, ਸੁਤੇ ਸਿੱਧੀ ਹੋਈ। ਦੱਸਣਾ ਸੀ ਕਿ ਸਾਧੂਆਂ ਦਾ ਅੰਤ ਨਹੀਂ ਪਾਈਦਾ, ਉਹਨਾਂ ਦੇ ਕੋਲ ਜਾ ਕੇ ਫੋਲਾ ਫਰੋਲੀ ਨਹੀਂ ਕਰੀਦੀ ਵੀ ਕੀ ਆ ਇਹਨਾਂ ਦੇ ਕੋਲ। ਜਿਹੜੇ ਡੇਰੇ 'ਚ ਰਹਿੰਦੇ ਆ, ਵੇਖੀਏ ਕੀ ਕੀ ਧਰਿਆ ਇੱਥੇ ਇਹਨਾਂ ਦੇ ਪਾਸ, ਸਾਂਭ ਕੇ ਇਹਨਾਂ ਨੇ ਜਾ ਕੇ ਇਦਾਂ ਕੇਵਲ ਸੇਵਾ ਭਾਵਨਾ ਨਾਲ ਜਾਣਾ ਚਾਹੀਏ। ਇਹ ਨਹੀਂ ਵੇਖਣਾ ਚਾਹੀਏ ਵੀ ਇਹ ਸਾਧੂ ਮਹਾਤਮਾ ਡੇਰੇ ਦੇ ਵਿੱਚ ਇਹਨਾਂ ਨੇ ਕਿਹੜੀ ਵਸਤੂ ਰੱਖੀ ਹੈ ਖਾਣ ਨੂੰ, ਇਹ ਖਾਂਦੇ ਕੀ ਹੈ, ਇਹ ਕਿੱਦਾਂ ਦੇ ਵਸਤਰ ਆਦਿਕ ਪਹਿਨਦੇ ਐ। ਉਹ ਇਹ ਪੜਚੋਲਾ ਨਹੀਂ ਕਰੀਦੀਆਂ, ਉਹਨਾਂ ਦੀ ਸੇਵਾ ਟਹਿਲ 'ਚ ਤਤਪਰ ਰਹੀਦਾ ਹੈ। ਇਹੀ ਦੱਸਣਾ ਸੀ ਬਾਦਸ਼ਾਹ ਨੂੰ। ਕਹਿੰਦੇ ਬਾਦਸ਼ਾਹ ਕਹਿੰਦਾ ਬਸ ਜੀ ਮੈਂ ਹੁਣ ਵੇਖ ਲਿਆ ਇਹਦਾ ਪ੍ਰਤਾਪ। बिनय सुनत गुर पुत्र उचारा, ਜਦੋਂ ਇਹਨੇ ਬੇਨਤੀ ਕੀਤੀ ਵੀ ਮੈਨੂੰ ਇਹਦੇ ਤੋਂ ਛੁਡਾਓ, ਤਾਂ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੋਲੇ, हट प्रवश हो तिस खिंथ मझारा। ਕਹਿਣ ਲੱਗੇ ਚੰਗਾ ਭਾਈ, ਤਾਪ ਵਾਪਸ ਜਾ, ਹੁਣ ਝੋਲੀ ਦੇ ਵਿੱਚ ਪ੍ਰਵੇਸ਼ ਕਰ ਜਾ। तिसते उतर गयो तत्काला, ਇੱਕਦਮ ਬਾਦਸ਼ਾਹ ਦੇ ਤਨ ਤੋਂ ਉਤਰਿਆ ਉਹ ਤਾਪ। लगी हलन गोदरी बिसाला। ਬਾਦਸ਼ਾਹ ਟਿਕ ਗਿਆ ਤੇ ਗੋਦੜੀ ਹਿੱਲਣ ਲੱਗ ਪਈ, ਗੋਦੜੀ ਕੰਬਣ ਲੱਗ ਪਈ। जहांगीर सो पुनः सुनायव, ਜਹਾਂਗੀਰ ਨੂੰ ਥੋੜੀ ਜੀ ਸੁਰਤ ਜੀ ਆਈ, ਅੱਖਾਂ ਖੁੱਲੀਆਂ ਤੇ ਬੈਠਾ। एह जुर हमरे तन हित आयव। ਫਿਰ ਬਾਬਾ ਸ਼੍ਰੀ ਚੰਦ ਜੀ ਕਹਿਣ ਲੱਗੇ ਬਾਦਸ਼ਾਹ ਇਹ ਤਾਪ ਸੀ, ਇਹ ਸਾਡੇ ਸਰੀਰ ਵਾਸਤੇ ਆਇਆ, ਕਿਉਂਕਿ ਪਰਾਲਬਧਤਾ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਨੂੰ ਵੀ ਭੋਗਣੀ ਪੈਂਦੀ ਹੈ। ਜਿਹੜੀ ਪਰਾਲਬਧ ਹੈ ਨਾ, ਇਹ ਆਤਮ ਗਿਆਨੀ ਮਹਾਂਪੁਰਸ਼ਾਂ ਨੂੰ, ਵਲੀਆਂ, ਪੀਰਾਂ, ਪੈਗੰਬਰਾਂ ਨੂੰ ਵੀ ਭੋਗਣੀ ਪੈਂਦੀ ਹੈ।
ਇਹ ਜਿਹੜਾ ਤਾਪ ਸੀ ਇਹ ਸਾਡੇ ਤਨ ਵਾਸਤੇ, ਸਾਡੇ ਸਰੀਰ ਲਈ ਆਇਆ ਸੀ। ਚੜੇ ਤਾਪ ਕੇ ਹਮ ਚਲ ਆਏ। ਜਦੋਂ ਅਸੀਂ ਤੈਨੂੰ ਮਿਲਣ ਆਏ ਆ ਤੇ ਤਾਪ ਸਾਨੂੰ ਚੜਿਆ ਹੋਇਆ ਸੀ। ਤੁਮ ਸੋ ਬੋਲਨ ਹਿਤ ਤਜ ਥਾਏ। ਤੇਰੇ ਨਾਲ ਇਹਨੇ ਗੱਲਬਾਤ ਨਹੀਂ ਸੀ ਕਰਨ ਦੇਣੀ ਸਾਨੂੰ, ਤੇ ਤੇਰੇ ਨਾਲ ਗੱਲਬਾਤ ਕਰਨੀ ਸੀ, ਵਿਚਾਰ ਚਰਚਾ ਕਰਨੀ ਸੀ, ਇਸ ਕਰਕੇ ਅਸੀਂ ਇਹਨੂੰ ਇਸ ਗੋਦੜੀ 'ਚ ਟਿਕਾ ਦਿੱਤਾ ਸੀ। ਚੜੇ ਤਾਪ ਕੇ ਸੁਨਬੋ ਕਹਿਬੋ। ਕਿਉਂਕਿ ਇਹਦੇ ਚੜਿਆ ਤਾਂ ਗੱਲਬਾਤ ਨਹੀਂ ਨਾ ਸੀ ਹੋਣੀ। ਬਾਦਸ਼ਾਹ ਹੁਣ ਤੂੰ ਵੇਖ ਹੀ ਲਿਆ ਵੀ ਤੈਨੂੰ ਚੜਿਆ ਗੱਲਬਾਤ ਹੁੰਦੀ ਸੀ ਕੋਈ ਤੇਰੇ ਕੋਲੋਂ? ਇਹਦੇ ਚੜਿਆ ਗੱਲਬਾਤ ਨਹੀਂ ਸੀ ਹੋਣੀ। ਹੋਤ ਨਾ ਨੀਕੇ ਤਨ ਕੋ ਦਹਿਬੋ। ਔਰ ਇਹਨੇ ਤਨ ਨੂੰ ਦੁਖੀ ਕਰਨਾ ਸੀ, ਬੈਠਣ ਨਹੀਂ ਸੀ ਦੇਣਾ ਤੇਰੇ ਕੋਲ ਝੱਟ। ਹਮ ਅਬ ਜਾਤ ਸੋਲੇ ਹੈ ਸੰਭਾਰੇ। ਹੁਣ ਅਸੀਂ ਜਾਣਾ, ਇਹਨੂੰ ਸੰਭਾਲ ਲੈਣਾ, ਫਿਰ ਮੁੜ ਕੇ ਜਿੰਨਾ ਕਿ ਤੇਰੇ ਦਾ ਪਰਾਲਬਧ ਲਿਖੀ ਹੋਈ ਹੈ ਸਾਡੇ ਸਰੀਰ ਨਾਲ, ਉਹਨਾਂ ਕੁ ਚਿਹਰੇ ਨੂੰ ਭੋਗ ਲਵਾਂਗੇ। ਤੁਰ ਕੇ ਸ਼ੁਰ ਕੇ ਸੰਸੇ ਕੱਢੇ। ਏਦਾਂ ਬਾਦਸ਼ਾਹ ਦੇ ਸਾਰੇ ਸੰਸੇ ਕੱਢ ਦਿੱਤੇ। ਬਾਦਸ਼ਾਹ ਦੇ, ਕਿਉਂਕਿ ਇਹ ਤਾਂ ਕਲਾ ਵੇਖਣਾ ਚਾਹੁੰਦਾ ਸੀ, ਕਲਾ ਵਿਖਾ ਵੀ ਦਿੱਤੀ ਤੇ ਨਹੀਂ ਵੀ ਵਿਖਾਈ। ਇਹੋ ਜਿਹੀ ਖੇਡ ਬਾਬਾ ਜੀ ਨੇ ਪ੍ਰਤੱਖ ਕੀਤੀ ਤੇ ਬਾਦਸ਼ਾਹ ਦਾ ਮਨ ਬਾਬਾ ਸ਼੍ਰੀ ਚੰਦ ਜੀ ਦੇ ਉੱਤੇ ਪਤੀਜਿਆ ਹੈ। ਭਰੋਸਾ ਆਇਆ ਤੇ ਨਮਸਕਾਰ ਕੀਤੀ। ਜਾਏ ਆਪਨੇ ਥਾਨ ਬਿਰਾਜੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਵਾਪਸ ਆਪਣੇ ਨਿਜ ਥਾਨ ਤੇ ਆ ਗਏ। ਸ੍ਰੀ ਚੰਦ ਰਸ ਜੋਗ ਸੋ ਪਾਗੇ। ਐਸੇ ਮਹਾਂਪੁਰਸ਼ ਬਾਬਾ ਸ਼੍ਰੀ ਚੰਦ ਜੀ ਜਿਹੜੇ ਯੋਗ ਦੇ ਰਸ ਵਿੱਚ ਹਮੇਸ਼ਾ ਜੁੜੇ ਰਹਿੰਦੇ ਹਨ। ਖਟਪਟ ਸ਼ਾਹੀ ਲਗ ਜਗ ਰਹੇ। ਖਾਲਸਾ ਜੀ ਦੋ ਪ੍ਰਕਾਰ ਦਾ ਯੋਗ ਹੁੰਦਾ, ਇੱਕ ਸਥੂਲ ਯੋਗ ਹੁੰਦਾ, ਇੱਕ ਸੂਖਸ਼ਮ ਯੋਗ ਹੁੰਦਾ। ਗੁਰੂ ਘਰ ਵਿੱਚ ਸਤਿਗੁਰਾਂ ਨੇ ਸੂਖਸ਼ਮ ਯੋਗ ਪ੍ਰਵਾਨ ਕੀਤਾ, ਸਥੂਲ ਯੋਗ ਦਾ ਨਿਸ਼ੇਧ ਕੀਤਾ। ਸਥੂਲ ਯੋਗ ਜਿਹਨੂੰ ਹਠ ਯੋਗ ਕਹਿੰਦੇ ਆ, ਜਲ ਧਾਰਾ ਵਗੈਰਾ ਕਰਨਾ ਜਾਂ ਹੋਰ ਆ ਕਈ ਪ੍ਰਕਾਰ ਦੇ ਜਿਹੜੀ ਕਰੜੀ ਘਾਲਣਾ ਘਾਲਦੇ ਆ ਯੋਗੀ, ਉਹਦਾ ਖੰਡਨ ਹੈ। ਪਰ ਸੂਖਸ਼ਮ ਯੋਗ ਆਪਣੇ ਨਿਜ ਆਤਮ ਆਨੰਦ 'ਚ ਟਿਕਣ ਵਾਸਤੇ ਸਵਾਸ ਦਸਮ ਦੁਆਰ 'ਚ ਸੁੱਤੇ ਸਿੱਧ ਟਿਕ ਜਾਣੇ ਸੂਖਸ਼ਮ ਯੋਗ ਹੈ। ਸਮਾਧੀ ਵਿੱਚ ਚਲੇ ਜਾਣਾ, ਅਫੁਰ ਅਵਸਥਾ ਦੇ ਵਿੱਚ ਸਮਾ ਜਾਣਾ, ਇਹ ਸੂਖਸ਼ਮ ਯੋਗ ਕਿਹਾ ਜਾਂਦਾ ਹੈ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਐਸੇ ਸੂਖਸ਼ਮ ਯੋਗ ਰਸ ਦੇ ਵਿੱਚ ਟਿਕੇ ਰਹਿੰਦੇ ਹਨ। ਅਧਿਕ ਆਰ ਬਲ ਤਨ ਕੀ ਲਹੇ। ਬੜੀ ਲੰਮੀ ਆਯੂ ਬਾਬਾ ਸ਼੍ਰੀ ਚੰਦ ਜੀ ਦੀ ਹੋਈ। ਸ੍ਰੀ ਗੁਰ ਹਰਗੋਬਿੰਦ ਕੇ ਨੰਦ। ਜਦੋਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਗੁਰਗੱਦੀ ਦੇ ਉੱਤੇ ਸਵਾਰ ਸਨ। ਸ੍ਰੀ ਬਾਬਾ ਗੁਰਦਿੱਤਾ ਚੰਦ। ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦੇ ਸਨ। ਸਭ ਤੋਂ ਵੱਡੇ ਸਨ ਬਾਬਾ ਗੁਰਦਿੱਤਾ ਸਾਹਿਬ। ਦਿਲਹੋਂ ਜਾਏ ਕਰ ਸੀਸ ਨਿਵਾਵਾ। ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਇਹ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੇ ਵਰ ਦਿੱਤਾ ਸੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਥਾਨ ਤੇ। ਕੀਰਤਪੁਰ ਸਾਹਿਬ ਜਦੋਂ ਦਰਸ਼ਨ ਕਰੀਏ, ਜਿੱਥੇ ਬਾਬਾ ਜੀ ਦੇ ਸਰੀਰ ਦਾ ਅੰਗੀਠਾ ਹੈ, ਉੱਥੇ ਮਹਾਰਾਜ 6ਵੇਂ ਪਾਤਸ਼ਾਹ ਨੇ ਬਚਨ ਕਹੇ ਸਨ। ਤੋ ਬਾਬਾ ਗੁਰਦਿੱਤਾ ਸਾਹਿਬ ਜੀ, ਬਾਬਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦੇ ਹਨ। ਬਿਨੈ ਠਾਨ ਬਹੁ ਭਾਵ ਵਧਾਵਾ। ਬਾਬਾ ਸ਼੍ਰੀ ਚੰਦ ਜੀ 6ਵੇਂ ਪਾਤਸ਼ਾਹ ਕੋਲ ਆਏ। 6ਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਬੜਾ ਅਦਬ ਸਤਿਕਾਰ ਕੀਤਾ। ਤੋ ਬਾਬਾ ਸ਼੍ਰੀ ਚੰਦ ਜੀ ਨੇ ਪੁੱਛਿਆ, ਮਹਾਰਾਜ ਜੀ ਕਿੰਨੇ ਸਾਹਿਬਜ਼ਾਦੇ ਨੇ? ਤੋ 6ਵੇਂ ਪਾਤਸ਼ਾਹ ਨੇ ਆਖਿਆ ਜੀ 5 ਸਾਹਿਬਜ਼ਾਦੇ। ਕਹਿਣ ਲੱਗੇ ਫਿਰ ਬਾਬੇ ਕਿਆਂ ਨੂੰ ਕਿੰਨੇ ਦੇਣੇ ਆ? ਮਹਾਰਾਜ ਜੀ ਕਹਿੰਦੇ ਜੀ ਸਾਰੇ ਹੀ ਹਾਜ਼ਰ ਨੇ ਆਪ ਜੀ ਦੇ ਚਰਨਾਂ 'ਚ। ਕਹਿਣ ਲੱਗੇ ਜੀ ਗੱਲਾਂ ਨਾਲ ਨਹੀਂ, ਵੀ ਇਦਾਂ ਤਾਂ ਕੋਈ ਵੀ ਕਹਿ ਦੇ ਵੀ ਸਾਰੇ ਹੀ ਮਹਾਰਾਜ ਤੁਹਾਡੇ ਨੇ। ਕਹਿੰਦੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਨਮਸਕਾਰ ਕਰਾਈ ਤੇ ਆਖਿਆ, ਬਾਬਾ ਜੀ ਇਹਨਾਂ ਨੂੰ ਅੰਗੀਕਾਰ ਕਰ ਲੋ, ਇਹ ਤੁਹਾਡੇ ਨੇ। ਤੋ ਆਪਣੀ ਕੁਲ ਹੈ ਤੇ ਸੇਲੀ ਜਿਹੜੀ ਸੀ ਉਹ ਬਾਬਾ ਸ਼੍ਰੀ ਚੰਦ ਜੀ ਨੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਖਸ਼ੀ। ਆਖਿਆ ਸਾਡੇ ਕੋਲੇ ਰਹਿ ਗਈ ਸੀ ਗੱਦੀ, ਤਾਂ ਗੁਰੂ ਅੰਗਦ ਸਾਹਿਬ ਨੇ ਪ੍ਰਾਪਤ ਕਰ ਲਈ। ਇਹ ਸੇਲੀ ਟੋਪੀ ਸੀ ਸਾਡੇ ਪਾਸ, ਉਹ ਵੀ ਅਸੀਂ ਬਾਬੇ ਕਿਆਂ ਨੇ ਗੁਰੂ ਕਿਆਂ ਨੂੰ ਅਰਪਣ ਕਰ ਦਿੱਤੀ ਹੈ।
ਤੋ ਬਾਬਾ ਗੁਰਦਿੱਤਾ ਸਾਹਿਬ ਜੀ ਬਾਬਾ ਸ਼੍ਰੀ ਚੰਦ ਸਾਹਿਬ ਜੀ ਦੇ ਸੇਵਕ ਹੋ ਗਏ। ਕੁਲ ਹੈ ਉਤਾਰ ਤਬ ਹੈ ਨਿਜ ਸਿਰ ਤੇ। ਆਪਣੇ ਸੀਸ ਤੋਂ ਕੁਲ ਹੈ ਇੱਕ ਉੱਨ ਦੀ ਜਿਹੜੀ ਉਦਾਸੀ ਮਹਾਂਪੁਰਸ਼ ਨੇ ਉਹ ਆਪਣੇ ਸੀਸ ਉੱਤੇ ਉੱਨ ਦੀ ਕੁੱਚੀ ਜਿਹੀ ਟੋਪੀ ਧਾਰਨ ਕਰਿਆ ਕਰਦੇ ਸਨ। ਉਹ ਬਾਬਾ ਸ਼੍ਰੀ ਚੰਦ ਜੀ ਦੇ ਸੀਸ ਤੇ ਸੀ, ਉਹ ਲਾ ਕੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਦੇ ਦਿੱਤੀ। ਤਿਨ ਕੇ ਸੀਸ ਧਰੀ ਨਿਜ ਕਰਤੇ। ਔਰ ਆਪਣੇ ਹੱਥੀ ਉਹਨਾਂ ਦੇ ਸੀਸ ਉੱਤੇ ਟਿਕਾਈ ਬਾਬਾ ਗੁਰਦਿੱਤਾ ਸਾਹਿਬ ਜੀ ਦੇ। ਆਪਨ ਸਥਾਨ ਥਾਪ ਕਰ ਆਪ। ਬਾਬਾ ਸ਼੍ਰੀ ਚੰਦ ਜੀ ਨੇ ਆਪਣੀ ਜਗ੍ਹਾ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਸਥਾਪਿਤ ਕੀਤਾ ਕਿ ਸਾਡੀ ਜਗ੍ਹਾ ਤੇ ਬਾਬਾ ਗੁਰਦਿੱਤਾ ਸਾਹਿਬ ਜੀ ਸੇਵਾ ਟਹਿਲ ਕਰਨਗੇ, ਪੰਥ ਦੇ ਪ੍ਰਚਾਰ ਪ੍ਰਸਾਰ ਦੀ। ਉਦਾਸੀਨ ਭੇਖ ਦੇ ਦੂਸਰੇ ਮੁਖੀ ਬਾਬਾ ਗੁਰਦਿੱਤਾ ਸਾਹਿਬ ਜੀ ਹੋਣਗੇ। ਕਰਤ ਭਏ ਦੀਰਘ ਪ੍ਰਤਾਪ। ਬਾਬਾ ਗੁਰਦਿੱਤਾ ਸਾਹਿਬ ਜੀ ਦਾ ਬੜਾ ਵੱਡਾ ਦੀਰਘ ਪ੍ਰਤਾਪ ਬਾਬਾ ਸ਼੍ਰੀ ਚੰਦ ਜੀ ਨੇ ਪ੍ਰਗਟ ਕੀਤਾ। ਸ਼੍ਰੀ ਬਾਬਾ ਗੁਰਦਿੱਤਾ ਫੇਰ। ਬਾਬਾ ਗੁਰਦਿੱਤਾ ਸਾਹਿਬ ਜੀ ਜਦੋਂ ਉਦਾਸੀ ਭੇਖ ਦੇ ਉਦਾਸੀ ਮਤ ਦੇ ਦੂਸਰੇ ਮੁਖੀ ਬਣੇ, ਸਰਬਰੀਤ ਤੇ ਭਏ ਬਡੇਰ। ਜਦੋਂ ਵੱਡੇ ਹੋ ਗਏ ਬਾਬਾ ਗੁਰਦਿੱਤਾ ਸਾਹਿਬ ਜੀ ਜਵਾਨ ਹੋਏ। ਇਨਕੇ ਸਿੱਖ ਭੇਚਾਰ ਅਗਾਰੀ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਅੱਗੋਂ ਆਪਣੇ 4 ਚੇਲੇ ਸਥਾਪਿਤ ਕੀਤੇ, ਜਿਨ੍ਹਾਂ ਤੋਂ 4 ਧੂਣੇ ਉਦਾਸੀਆਂ ਦੇ ਉੱਤਰ ਦੱਖਣ ਪੂਰਬ ਪੱਛਮ 4 ਦਿਸ਼ਾਵਾਂ ਨੇ ਨਾ, 4 ਦਿਸ਼ਾਵਾਂ ਵਿੱਚ 4 ਧੂਣੇ ਉਦਾਸੀਆਂ ਦੇ ਸਥਾਪਿਤ ਹੋਏ। ਖਾਲਸਾ ਜੀ ਉਦਾਸੀ ਭੇਖ ਦੀਆਂ 10 ਮੁਖੀਆਂ ਹਨ। 10 ਮੁਖੀਆਂ ਦਾ ਮਤਲਬ ਵੀ 10 ਜਿਹੜੀਆਂ ਸੰਪਰਦਾਵਾਂ ਇਹਨਾਂ ਮਹਾਂਪੁਰਸ਼ਾਂ ਵਿੱਚ ਉਦਾਸੀਆਂ 'ਚ ਮਿਲੀਆਂ, ਉਹਨਾਂ ਨੂੰ 10 ਮੁਖੀ ਕਹਿ ਦਿੰਦੇ ਆ। 4 ਧੂਣੇ ਨੇ ਔਰ 6 ਬਖਸ਼ਿਸ਼ਾਂ ਨੇ। 4 ਧੂਣੇ ਜਿਹੜੇ ਨੇ ਉਹ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਥਾਪਿਤ ਕੀਤੇ ਤੇ ਉਹਨਾਂ ਦੇ 4 ਹੀ ਮੰਤ ਹੁੰਦੇ, ਉੱਤਰ ਦੱਖਣ ਪੂਰਬ ਪੱਛਮ 4 ਦਿਸ਼ਾਵਾਂ ਵਿੱਚ। ਫਿਰ ਜਿਹੜੀਆਂ 6 ਬਖਸ਼ਿਸ਼ਾਂ ਜਿਵੇਂ ਸੁਥਰੇ ਸ਼ਾਹੀ ਸੰਪਰਦਾਇ ਹੈ, ਇਸੇ ਤਰ੍ਹਾਂ ਸੇਵਾ ਪੰਥੀ ਸੰਪਰਦਾਇ ਹੈ, ਔਰ ਇਸੇ ਤਰ੍ਹਾਂ ਹੀ ਭਗਤ ਪੰਥੀਏ, ਇਹ ਜੀਤ ਮੱਲੀਏ, ਭਗਤ ਮੱਲੀਏ, ਇਹ ਜਿਹੜੀਆਂ ਸੰਪਰਦਾਵਾਂ ਨੇ ਇਹ 6 ਸੰਪਰਦਾਵਾਂ 6 ਮੁਖੀਆਂ 6 ਬਖਸ਼ਿਸ਼ਾਂ ਹਨ, ਜਿਹੜੀਆਂ ਬਾਬਾ ਸ਼੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀ ਸੰਪਰਦਾਇ ਵਿੱਚ ਹੋਈਆਂ। ਭਾਈ ਮੀਆਂ ਸਾਹਿਬ ਜੀ ਦੀ ਭਾਈ ਮੀਆਂ ਸਾਹਿਬ ਦੀ ਕਥਾ ਆਪ ਜੀ ਨੇ ਸੁਣੀ ਆ। 9ਵੇਂ ਪਾਤਸ਼ਾਹ ਦੇ ਸਮੇਂ ਹੋਏ ਧਮਧਾਨ ਸਾਹਿਬ ਉਹਨਾਂ ਨੇ ਬੜੀ ਸੇਵਾ ਕੀਤੀ। ਉਹਨਾਂ ਦਾ ਨਾਮ ਪਹਿਲਾ ਰਾਮਦੇਵ ਸੀ। ਸੇਵਾ ਕਰਦਿਆਂ ਕਰਦਿਆਂ ਮਹਾਰਾਜ ਜੀ ਦੇ ਜਲ ਦੀ ਢੋਣ ਦੀ ਸੇਵਾ ਕੀਤੀ ਤੇ 9ਵੇਂ ਪਾਤਸ਼ਾਹ ਆਖਿਆ ਤੂੰ ਤਾਂ ਮੀਂਹ ਪਾ ਦਿੱਤਾ ਭਾਈ ਮੀਆਂ ਜਲ ਦੀ। ਉੱਥੋਂ ਉਹਨਾਂ ਨੂੰ ਇੱਕ ਦੱਖਣੀ ਬੈਲ ਤੇ ਇੱਕ ਨਗਾਰਾ ਤੇ ਨਿਸ਼ਾਨ ਦੇ ਕੇ ਮਹਾਰਾਜ ਜੀ ਨੇ ਭੇਜਿਆ ਸੀ ਵੀ ਤੁਸੀਂ ਜਾ ਕੇ ਗੁਰੂ ਘਰ ਦਾ ਪ੍ਰਚਾਰ ਪ੍ਰਸਾਰ ਕਰੋ। ਤੋ ਭਾਈ ਮੀਆਂ ਸਾਹਿਬ ਇਹ ਵੀ ਉਦਾਸੀਆਂ ਦੀ ਹੀ ਇੱਕ ਸੰਪਰਦਾਇ ਇੱਕ ਬਖਸ਼ਿਸ਼ ਹੈ। ਤੋ ਇਦਾਂ 10 ਮੁਖੀਆਂ ਨੇ ਉਦਾਸੀ ਮਹਾਂਪੁਰਸ਼ਾਂ ਦੀਆਂ। ਬੜਾ ਪ੍ਰਚਾਰ ਪ੍ਰਸਾਰ ਉਦਾਸੀ ਸੰਪਰਦਾਇ ਵਿੱਚ ਹੋਇਆ ਹੈ। ਭਾਈ ਮੀਆਂ ਸਾਹਿਬ ਜੀ ਔਰ ਇਸੇ ਤਰ੍ਹਾਂ ਬਾਬਾ ਫੂਲ ਸਾਹਿਬ ਜੀ ਜਿਨ੍ਹਾਂ ਦਾ ਅੱਗੇ ਜ਼ਿਕਰ ਆ ਰਿਹਾ ਹੈ, 4 ਧੂਣਿਆਂ ਵਾਲੇ ਮਹਾਂਪੁਰਸ਼ਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕੀਤਾ। ਔਰ ਨੇਪਾਲ ਤੱਕ, ਕਾਠਮੰਡੂ, ਅੱਜ ਤੱਕ ਅਸੀਂ ਉਹਨਾਂ ਸਥਾਨਾਂ ਦੀ ਪੂਰੀ ਸੇਵਾ ਸੰਭਾਲ ਨਹੀਂ ਕਰ ਸਕੇ। ਜਦੋਂ ਆਉਣ ਜਾਣ ਦੇ ਕੋਈ ਸਾਧਨ ਨਹੀਂ, ਉਹਨਾਂ ਉਦਾਸੀ ਮਹਾਂਪੁਰਸ਼ਾਂ ਨੇ ਉਹਨਾਂ ਸਥਾਨਾਂ ਦੀ ਸੇਵਾ ਕੀਤੀ। ਆ ਯੂਪੀ ਦੇ ਵਿੱਚ ਨਾਨਕ ਮਤਾ ਸਾਹਿਬ, ਹੁਣ ਤਾਂ ਸਿੱਖਾਂ ਦੀ ਬਹੁਤ ਆਬਾਦੀ ਉਧਰ। ਬਾਬਾ ਲਮਸਤ ਜੀ ਵਰਗੇ ਮਹਾਂਪੁਰਸ਼ ਉਦਾਸੀ ਸੰਪਰਦਾ ਦੇ ਧਾਰਨੀ 6ਵੇਂ ਪਾਤਸ਼ਾਹ ਦੇ ਸਮੇਂ ਉਹਨਾਂ ਨੇ ਉਧਰ ਸੇਵਾ ਕੀਤੀ ਹੈ। ਇਧਰ ਕਲਕੱਤੇ ਵਿੱਚ, ਬੰਗਾਲ ਵਿੱਚ, ਢਾਕੇ ਤੱਕ ਇਹਨਾਂ ਉਦਾਸੀ ਮਹਾਂਪੁਰਸ਼ਾਂ ਨੇ ਗੁਰੂ ਘਰ ਦੀ ਸੇਵਾ ਕੀਤੀ। ਇਧਰ ਰੂਸ ਦੇ ਇਲਾਕਿਆਂ ਦੇ ਵਿੱਚ ਵੀ ਜਿਹੜੇ ਮਹਾਰਾਜ ਜੀ ਦੇ ਸਥਾਨ ਸਨ, ਉਸ ਪਾਸੇ ਜਾ ਕੇ ਉਦਾਸੀ ਮਹਾਂਪੁਰਸ਼ ਗੁਰੂ ਘਰ ਦੀ, ਇਧਰ ਅਫਗਾਨਿਸਤਾਨ ਵਿੱਚ ਕਾਬਲ ਕੰਧਾਰ ਤੱਕ ਉਦਾਸੀ ਮਹਾਂਪੁਰਸ਼ਾਂ ਨੇ ਬੜੀ ਗੁਰੂ ਘਰਾਂ ਦੀ ਸੇਵਾ ਟਹਿਲ ਕੀਤੀ ਹੈ। ਗੁਰੂ ਖਾਲਸਾ ਜੀ ਜਦੋਂ ਪੰਥ ਦੇ ਉੱਤੇ ਔਖਾ ਵੇਲਾ ਸੀ, ਖਾਲਸਾ ਜੰਗਾਂ ਯੁੱਧਾਂ ਦੇ ਵਿੱਚ ਸੀ, ਗੁਰੂ ਧਾਮਾਂ ਗੁਰ ਸਥਾਨਾਂ ਦੀਆਂ ਸੇਵਾਵਾਂ ਟਹਿਲਾਂ ਜਿਹੜੀਆਂ ਸਨ ਉਦਾਸੀ ਮਹਾਂਪੁਰਸ਼ ਕਰਦੇ ਰਹੇ ਔਰ ਨਿਰਮਲ ਸੰਪਰਦਾਇ ਦੇ ਮਹਾਂਪੁਰਸ਼ ਕਰਦੇ ਰਹੇ। ਉਹਨਾਂ ਨੇ ਅਮਰ ਸੰਚਾਰ ਕਰਨੇ, ਸਿੰਘ ਤਿਆਰ ਕਰਕੇ ਪੰਥ ਵਿੱਚ ਭੇਜਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖਣੇ, ਗੁਰਬਾਣੀ ਦੀਆਂ ਪੋਥੀਆਂ ਲਿਖਣੀਆਂ, ਸਾਹਿਤ ਲਿਖਣਾ, ਇਤਿਹਾਸ ਲਿਖਣਾ।
ਬਹੁਤ ਜ਼ਿਆਦਾ ਪ੍ਰਚਾਰ ਉਦਾਸੀ ਮਹਾਂਪੁਰਸ਼ਾਂ ਨੇ ਕੀਤਾ। ਇੱਕ ਦੋ ਨਰੈਣੂ ਮਹੰਤ ਵਰਗੇ ਹੋਏ ਜਿਨ੍ਹਾਂ ਨੇ ਸਾਰੇ ਉਦਾਸੀਆਂ ਦੇ ਉੱਤੇ ਕਲੰਕ ਲਾ ਦਿੱਤਾ, ਪਰ ਸਾਰੇ ਮਹਾਂਪੁਰਸ਼ਾਂ ਨੂੰ ਵੀ ਫਿਰ ਉਸੇ ਕੈਟਾਗਰੀ ਦੇ ਵਿੱਚ ਪੰਥ ਨੇ ਖੜਾ ਕਰ ਲਿਆ ਜੋ ਯੋਗ ਨਹੀਂ ਸੀ। ਬਾਬਾ ਪ੍ਰੀਤਮ ਦਾਸ ਜੀ ਵਰਗੇ ਮਹਾਂਪੁਰਸ਼ ਜਿਨ੍ਹਾਂ ਨੇ ਗੁਰੂ ਅੰਮ੍ਰਿਤਸਰ ਸਰੋਵਰ ਦੀਆਂ ਸੇਵਾਵਾਂ ਕਰਾਈਆਂ, ਹੰਸਲੀ ਦੀ ਸੇਵਾਵਾਂ ਕਰਾਈ, ਉਹ ਮਹਾਂਪੁਰਸ਼ ਬਾਬਾ ਪ੍ਰੀਤਮ ਦਾਸ ਜੀ ਵਰਗੇ, ਬਾਬਾ ਬਨਖੰਡੀ ਜੀ ਵਰਗੇ, ਬਾਬਾ ਬੀਰਮਦਾਸ ਜੀ ਵਰਗੇ ਆ ਬਦੋਛੀ ਵਾਲੇ ਮਹਾਂਪੁਰਸ਼ ਜਿਨ੍ਹਾਂ ਤੋਂ ਅੱਗੇ ਕਾਰ ਸੇਵਾ ਵਾਲੀ ਸੰਪਰਦਾਇ ਚੱਲੀ ਹੈ, ਇਹ ਸਾਰੇ ਮਹਾਂਪੁਰਸ਼ ਉਦਾਸੀ ਭੇਖ ਦੇ ਧਾਰਨੀ ਸਨ। ਬੜੀ ਉੱਚੀ ਉੱਚੀ ਅਵਸਥਾ ਦੇ ਤੁਰਿਆ ਪਦ ਦੇ ਮਾਲਕ ਉਦਾਸੀ ਸੰਪਰਦਾ ਦੇ ਮਹਾਤਮਾ ਹੋਏ। ਇੱਕ ਕਿਤਾਬ ਅੱਜ ਤੋਂ ਕਈ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਪਦੀ ਉਦਾਸੀਆਂ ਦੀ ਵਿਥਿਆ, ਉਹਦੇ ਵਿੱਚ ਪਤਾ ਲੱਗਦਾ ਵੀ ਉਦਾਸੀਆਂ ਨੇ ਕਿੱਥੇ ਕਿੱਥੇ ਜਾ ਕੇ ਪ੍ਰਚਾਰ ਪ੍ਰਸਾਰ ਕੀਤਾ ਹੈ। ਸੋ ਉਹਨਾਂ ਦੀ ਘਾਲਣਾ ਹੈ ਉਹ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਤੋਂ ਚੱਲੀ ਹੈ ਇਹ ਸੰਪਰਦਾ। ਦੂਸਰੇ ਮੁਖੀ ਬਾਬਾ ਗੁਰਦਿੱਤਾ ਸਾਹਿਬ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਆਪ ਆਪਣੇ ਹੱਥੀਂ ਥਾਪਿਆ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਅੱਗੇ ਫਿਰ ਉਹਦਾ ਵਿਸਥਾਰ ਕੀਤਾ, 4 ਧੂਣੇ ਸਥਾਪਿਤ ਕੀਤੇ, ਜਿਨਹੋਂ ਬੈਠ ਕੀਨਸ ਤਪ ਭਾਰੀ। ਔਰ ਜਿਨ੍ਹਾਂ ਨੇ ਉਹਨਾਂ 4 ਧੂਣਿਆਂ ਰਾਹੀਂ ਪ੍ਰਚਾਰ ਕੀਤਾ, ਵੱਡਾ ਭਾਰੀ ਕਠਨ ਤਪ ਕੀਤਾ। ਦੋਹਰਾ ਬਾਲੂ ਹਸਨਾ ਫੂਲ ਪੁੰਨ ਗੋਂਦਾ ਅਰ ਅਲਮਸਤ। ਇਹ 4 ਧੂਣੇ ਕਿਹੜੇ ਸਨ? ਇੱਕ ਸਨ ਭਾਈ ਬਾਲੂ ਜੀ ਤੇ ਭਾਈ ਬਾਲੂ ਹਸਨਾ ਜੀ। ਇਹਨਾਂ ਨੂੰ ਮਹਾਰਾਜ ਸਤਵੇਂ ਪਾਤਸ਼ਾਹ ਨੇ ਬਖਸ਼ਿਸ਼ਾਂ, ਇਹ ਹੱਸਦੇ ਰਹਿੰਦੇ ਮਹਾਰਾਜ ਜੀ ਦੇ ਘੋੜੇ ਦੇ ਨਾਲ ਨਾਲ। ਦੋ ਪਿੱਛੇ ਕਥਾ ਸੁਣੀ ਆਪ ਜੀ ਨੇ ਗੁਰਪ੍ਰਤਾਪ ਵਿੱਚ, ਮਹਾਰਾਜ ਜੀ ਨੇ ਆਖਿਆ ਹੱਸਣਾ ਹੈ ਭਾਈ ਬਾਲੂ ਹਸਨਾ, ਤੋਂ ਬਖਸ਼ਿਸ਼ ਕੀਤੀ ਵੀ ਤੁਸੀਂ ਵੀ ਜਾ ਕੇ ਪ੍ਰਚਾਰ ਕਰੋ। ਦੂਸਰੇ ਸਨ ਬਾਬਾ ਫੂਲ ਸਾਹਿਬ ਜੀ, ਔਰ ਤੀਸਰੇ ਸਨ ਭਾਈ ਗੋਂਦਾ ਜੀ। ਇਹ ਕਸ਼ਮੀਰ ਦੇ ਇਲਾਕੇ ਦੇ ਉਸ ਪਾਸੇ ਇਹਨਾਂ ਮਹਾਂਪੁਰਸ਼ਾਂ ਦਾ ਜਨਮ ਹੋਇਆ। ਤੇ ਚੌਥੇ ਸਨ ਬਾਬਾ ਅਲਮਸਤ ਜੀ, ਨਾਨਕ ਮਾਤਾ ਸਾਹਿਬ ਜਿਨ੍ਹਾਂ ਨੇ ਸੇਵਾ ਕੀਤੀ ਹੈ ਨਾ, ਬਾਬਾ ਅਲਮਸਤ ਜੀ। ਉੱਥੇ ਯੋਗੀਆਂ ਨੇ ਆਖਿਆ ਜੀ ਇਹ ਸਾਡੀ ਜਗ੍ਹਾ ਗੋਰਖਮਤ ਹੈ। ਉਹਨਾਂ ਆਖਿਆ ਗੁਰੂ ਨਾਨਕ ਸਾਹਿਬ ਦਾ ਸਥਾਨ ਹੈ। ਉਹਨਾਂ ਬਾਬੇ ਅਲਮਸਤ ਨੂੰ ਕੁੱਟਿਆ ਮਾਰਿਆ ਤੇ ਜਿਹੜਾ ਪਿੱਪਲ ਦਾ ਦਰਖਤ ਸੀ ਉਹ ਸਾੜ ਦਿੱਤਾ ਸੀ ਉੱਥੇ। ਤੇ ਬਾਬੇ ਅਲਮਸਤ ਨੇ ਫਿਰ 6ਵੇਂ ਪਾਤਸ਼ਾਹ ਦੀ ਆਰਾਧਨਾ ਕੀਤੀ ਉੱਥੇ ਬੈਠਿਆਂ। ਮਹਾਰਾਜ 6ਵੇਂ ਪਾਤਸ਼ਾਹ ਗਏ, ਜਾ ਕੇ ਸਿੱਧਾਂ ਨੂੰ ਦੰਡ ਲਾਇਆ ਤੇ ਬਾਬੇ ਅਲਮਸਤ ਨੇ ਆਖਿਆ ਮਹਾਰਾਜ ਜੀ ਇੱਥੇ ਸਤਿਗੁਰਾਂ ਦਾ ਪਿੱਪਲ ਸੀ, ਨਾ ਮਲੇਛਾਂ ਨੇ ਸਾੜ ਦਿੱਤਾ ਅੱਗ ਲਾ ਕੇ, ਮਹਾਰਾਜ ਜੀ ਦੀ ਨਿਸ਼ਾਨੀ ਸੀ। ਤੇ ਮੇਰੇ ਮਨ 'ਚ ਇਸ ਗੱਲ ਦਾ ਬੜਾ ਰੰਜ ਹੈ, ਦੁੱਖ ਹੈ। ਮਹਾਰਾਜ ਜੀ ਆਖਿਆ ਬਾਬਾ ਅਲਮਸਤ ਜੀ ਆਹ ਲੋ ਜਲ ਤੇ ਵਾਹਿਗੁਰੂ ਕਹਿ ਕੇ ਛਿੱਟੇ ਮਾਰੋ, ਇਹ ਸੁੱਕਾ ਸੜਿਆ ਦਰਖਤ ਪਿੱਪਲ ਹਰਾ ਹੋ ਜਾਏਗਾ। ਕਹਿੰਦੇ ਜਦੋਂ ਉੱਤੇ ਛਿੱਟੇ ਮਾਰੇ ਨਾ ਵਿੱਚ ਕੇਸਰ ਕੁੰਕਮ ਮਿਲਾ ਕੇ ਤੇ ਉਹ ਪਿੱਪਲ ਜਿਹੜਾ ਸੀ ਉਹ ਹਰਾ ਭਰਾ ਹੋ ਗਿਆ। ਉਹਨਾਂ ਆਖਿਆ ਮਹਾਰਾਜ ਜੀ ਇਹਦੇ ਤੇ ਪਹਿਲਾਂ ਮਹਾਰਾਜ ਜੀ ਦੇ ਪੰਜੇ ਦੇ ਨਿਸ਼ਾਨ ਸੀ ਗੁਰੂ ਨਾਨਕ ਸਾਹਿਬ ਦੇ ਸਾਰੇ ਪੱਤਿਆਂ ਤੇ ਹੁਣ ਮਹਾਰਾਜ ਉਹ ਨਿਸ਼ਾਨ ਨਹੀਂ। ਮਹਾਰਾਜ ਕਹਿੰਦੇ ਹੁਣ ਇਹਦੇ ਤੇ ਆ ਜਿਹੜਾ ਕੇਸਰ ਕੁੰਕਮ ਹੈ ਨਾ, ਇਹ ਚਰਚਣ, ਇਹਦੇ ਨਿਸ਼ਾਨ ਰਹਿਣਗੇ। ਹੁਣ ਵੀ ਤੁਸੀਂ ਜਾ ਕੇ ਦਰਸ਼ਨ ਕਰੋ, ਉਹਦੇ ਪੱਤਿਆਂ ਦੇ ਉੱਤੇ, ਉਹ ਛਿੱਟਿਆਂ ਦੇ ਹਰ ਇੱਕ ਪੱਤੇ ਦੇ ਉੱਤੇ ਨਿਸ਼ਾਨ ਲੱਗੇ ਹੋਏ ਹਨ। ਉਹ ਬਾਬਾ ਅਲਮਸਤ ਜੀ ਨੂੰ ਮਹਾਰਾਜ ਜੀ ਨੇ ਉੱਥੇ ਫਿਰ ਸੇਵਾ ਦਿੱਤੀ ਵੀ ਤੁਸੀਂ ਇੱਥੇ ਸੇਵਾ ਟਹਿਲ ਕਰੋ। ਤੋਂ ਬੜੇ ਬੜੇ ਹੱਠ ਤਪ ਦੇ ਵਿੱਚ ਉਹਨਾਂ ਮਹਾਂਪੁਰਸ਼ਾਂ ਨੇ ਉਹਨਾਂ ਸਥਾਨਾਂ ਦੀਆਂ ਸੇਵਾਵਾਂ ਨਿਭਾਈਆਂ ਕੀਤੀਆਂ। ਬਾਬਾ ਅਲਮਸਤ ਜੀ, ਬਾਬਾ ਬਾਲੂ ਹਸਨਾ ਜੀ, ਬਾਬਾ ਫੂਲ ਜੀ, ਬਾਬਾ ਗੋਂਦਾ ਜੀ ਔਰ ਬਾਬਾ ਅਲਮਸਤ ਜੀ, ਇਹ 4 ਧੂਣੇ ਜਿਹੜੇ ਸਨ ਚਾਰਾਂ ਦਿਸ਼ਾਵਾਂ ਦੇ ਵਿੱਚ, ਉਹ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਸਥਾਪਿਤ ਕੀਤੇ। ਮੁਖ ਉਦਾਸੀ ਇਹ ਭਏ ਬਹੁਰੋ ਸਾਧ ਸਮਸਤ। ਭਾਈ ਗੋਂਦਾ ਜੀ ਨੇ ਕਾਬਲ ਦੇ ਇਲਾਕੇ 'ਚ ਬੜਾ ਪ੍ਰਚਾਰ ਪ੍ਰਸਾਰ ਕੀਤਾ, ਔਰ ਬਾਬਾ ਫੂਲ ਸਾਹਿਬ ਜੀ ਉਹ ਇੱਧਰ ਢਾਕੇ ਬੰਗਾਲ ਵਾਲੇ ਪਾਸੇ ਜਾ ਕੇ ਬੜਾ ਪ੍ਰਚਾਰ ਪ੍ਰਸਾਰ ਕਰਦੇ ਰਹੇ। ਤੋ ਇਸ ਪ੍ਰਕਾਰ ਇਹ 4 ਜਿਹੜੇ ਧੂਣੇ ਸਨ ਜਿਨ੍ਹਾਂ ਨੇ ਅੱਗੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਦਾ ਬੜਾ ਵੱਡਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ, ਇਹ ਮੁੱਖ ਉਦਾਸੀ ਸਨ। ਚੌਪਈ ਤਿਲ ਤੇ ਬਿਦਤਿਓ ਪੰਥ ਉਦਾਸੀ। ਇਹਨਾਂ ਤੋਂ ਉਦਾਸੀ ਪੰਥ ਪੈਦਾ ਹੋਇਆ, ਇਹਨਾਂ ਤੋਂ ਅੱਗੇ ਵਧਿਆ ਫੁੱਲਿਆ ਉਦਾਸੀ ਪੰਥ ਦਾ ਵਿਸਥਾਰ ਹੋਇਆ। ਲੱਖ ਹੋ ਭਏ ਕਰਹਿ ਤਪ ਰਾਸੀ। ਫਿਰ ਤਾਂ ਅੱਗੇ ਹਜ਼ਾਰਾਂ ਨੇ ਲੱਖਾਂ ਹੀ ਉਦਾਸੀ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਬੜੀ ਵੱਡੀ ਭਾਰੀ ਤਪੱਸਿਆ ਕੀਤੀ। ਹੁਣ ਤਾਂ ਜਿਹੜੇ ਪੰਜਾਬ ਦੇ ਉਦਾਸੀਨ
ਉਦਾਸੀ ਮਤ ਨਾਲ ਸੰਬੰਧ ਰੱਖਣ ਵਾਲੇ ਮਹਾਂਪੁਰਸ਼ ਨੇ ਉਹੀ ਜੁੜੇ ਰਹਿ ਗਏ। ਜਿਹੜੇ ਬਾਹਰ ਸਨ ਉਹ ਇੰਨੇ ਜ਼ਿਆਦਾ ਪੰਥ ਨੇ ਆਪਣੇ ਤੋਂ ਦੂਰ ਕਰ ਦਿੱਤੇ, ਹੁਣ ਉਹ ਬਿਲਕੁਲ ਹੀ ਤਕਰੀਬਨ ਵੱਖਰੇ ਹੋ ਗਏ। ਜਿਹੜੇ ਪੰਜਾਬ ਤੋਂ ਬਾਹਰ ਜਾਂ ਹਰਿਆਣੇ ਤੋਂ ਬਾਹਰ ਨੇ, ਇੱਧਰ ਬਨਾਰਸ ਵਾਲੇ ਪਾਸੇ ਜਾਂ ਹੋਰ ਜਿਹੜੇ ਤੀਰਥ ਨੇ ਉੱਥੇ ਰਹਿੰਦੇ ਆ ਉਦਾਸੀ, ਉਹ ਹੁਣ ਤਕਰੀਬਨ ਵੱਖਰੇ ਹੀ ਹੋ ਗਏ, ਕਿਉਂਕਿ ਅਸੀਂ ਆਪਣੇ ਆਪ ਤੋਂ ਉਹਨਾਂ ਨੂੰ ਤੋੜ ਕੇ ਵੱਖਰਿਆਂ ਕਰ ਦਿੱਤਾ। ਡਾਕਟਰ ਭਾਈ ਵੀਰ ਸਿੰਘ ਜੀ ਨੇ 100 ਸਾਲ ਪਹਿਲਾਂ ਇਹ ਗੱਲ ਲਿਖੀ ਸੀ ਕਿ ਉਦਾਸੀ, ਨਿਰਮਲੇ ਔਰ ਨਿਹੰਗ ਸਿੰਘ ਇਹ ਗੁਰੂ ਪੰਥ ਦੀਆਂ ਬਾਹਾਂ ਹਨ। ਗੁਰੂ ਪੰਥ ਨੂੰ ਇਹਨਾਂ ਨੂੰ ਸਾਰਿਆਂ ਨੂੰ ਸਮੇਟ ਕੇ ਆਪਣੇ ਨਾਲ ਸਾਂਝ ਪਾ ਕੇ ਰੱਖਣਾ ਚਾਹੀਏ। ਤੋ ਸਮਾਂ ਖੇਡ ਹੀ ਪਰਮੇਸ਼ਰ ਦੀ ਕੋਈ ਇਹੋ ਜਿਹੀ ਵਰਤ ਗਈ, ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲੀ, ਕੁਝ ਉਦਾਸੀ ਮਹੰਤ ਜਿਹੜੇ ਸਨ ਉਹ ਵਿਗੜੇ ਹੋਏ ਸਨ ਤੇ ਉਹਨਾਂ ਦੀਆਂ ਕਰਤੂਤਾਂ ਕਰਕੇ ਸਾਰੇ ਉਦਾਸੀ ਮਹਾਂਪੁਰਸ਼ ਤਕਰੀਬਨ ਪੰਥ ਤੋਂ ਦੂਰ ਹੋ ਗਏ। ਪਰ ਗੁਰੂ ਸਾਹਿਬ ਦੀ ਦਇਆ ਮਇਆ ਹੈ। ਕਿਰਪਾਲ ਦਾਸ ਜੀ ਵਰਗੇ ਉਦਾਸੀ ਮਹਾਂਪੁਰਸ਼ ਕਿੰਨੇ ਮਹਾਤਮਾ ਸਨ। ਜਦੋਂ ਭੰਗਾਣੀ ਦਾ ਜੰਗ ਹੋਇਆ ਨਾ, ਤੇ ਉੱਥੇ ਬਾਬੇ ਕਿਰਪਾਲ ਦਾਸ ਨਾਲ ਹੋਰ ਵੀ ਕਈ ਉਦਾਸੀ ਸਾਧ ਸੀ। ਮਹਾਰਾਜ ਜੀ ਨੇ ਸੁਨੇਹਾ ਭੇਜਿਆ ਵੀ ਰੋਜ਼ ਕੜਾ ਪ੍ਰਸ਼ਾਦ ਛਕਦੇ ਹੋ, ਵੀ ਕੱਲ ਨੂੰ ਫੌਜਾਂ ਆਉਣੀਆਂ ਨੇ ਤੇ ਜੰਗ ਲੜਨਾ। ਹੁਣ ਉਹ ਜਿੰਨੇ ਸਾਧ ਸੀ ਕਹਿੰਦੇ ਸਾਡਾ ਕੰਮ ਜੰਗ ਲੜਨਾ ਥੋੜੀ ਆ, ਰਾਤੋਂ ਰਾਤ ਖਿਸਕ ਗਏ। ਮਹਾਰਾਜ ਜੀ ਨੇ ਸਵੇਰੇ ਸਿੰਘ ਭੇਜੇ, ਕਹਿੰਦੇ ਜੀ ਉੱਥੇ ਤਾਂ ਸਾਰੇ ਹੀ ਚਲੇ ਗਏ। ਮਹਾਰਾਜ ਜੀ ਕਹਿੰਦੇ ਕੋਈ ਇੱਕ ਅੱਧਾ ਰਹਿ ਵੀ ਗਿਆ ਕਿ ਨਹੀਂ? ਕਹਿੰਦੇ ਜੀ ਮਹੰਤ ਕਿਰਪਾਲ ਦਾਸ ਜੀ ਰਹਿ ਗਏ ਆ, ਨੇਤਰ ਬੰਦ ਨੇ, ਸਮਾਧੀ 'ਚ ਨੇ। ਕਹਿੰਦੇ ਚਲੋ ਬੀਜ ਰਹਿ ਗਿਆ ਪੰਥ ਦਾ ਉਹਨਾਂ ਦਾ। ਹੁਣ ਗੁਰੂ ਘਰ ਨਾਲ ਸਾਂਝ ਬਣੀ ਰਹੇਗੀ। ਉਹ ਮਹਾਂਪੁਰਸ਼ ਇਹੋ ਜਿਹੀ ਸੋਟਾ ਲੈ ਕੇ ਭੰਗਾਣੀ ਦੇ ਜੰਗ ਵਿੱਚ ਲੜੇ। ਕਲਗੀਧਰ ਜੀ ਨੇ ਉਹਨਾਂ ਦਾ ਜ਼ਿਕਰ ਕੀਤਾ ਬਚਿੱਤਰ ਨਾਟਕ ਵਿੱਚ। ਤੋ ਬੀਜ ਰਹਿ ਜਾਂਦਾ ਹੈ। ਹੁਣ ਵੀ ਬੜੇ ਬੜੇ ਮਹਾਂਪੁਰਸ਼ ਨੇ ਉਦਾਸੀ ਭੇਖ ਦੇ ਵਿੱਚ ਜਿਹੜੇ ਗੁਰੂ ਨਾਨਕ ਸਾਹਿਬ ਦੇ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਸੇਵਾ ਨਿਭਾਉਂਦੇ ਹਨ। ਤੋ ਇਦਾਂ ਉਦਾਸੀਆਂ ਦਾ ਭੇਖ, ਉਦਾਸੀਆਂ ਦਾ ਮਤ, ਉਹਦਾ ਵਿਸਥਾਰ ਹੋਇਆ। ਸ਼੍ਰੀ ਨਾਨਕ ਕੇ ਅਸ ਜੁਗ ਨੰਦਨ, ਧੰਨ ਗੁਰੂ ਨਾਨਕ ਸਾਹਿਬ ਦੇ ਇਹੋ ਜਿਹੇ ਦੋ ਸਾਹਿਬਜ਼ਾਦੇ ਸਨ, ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ। ਕਵ ਸੰਤੋਖ ਸਿੰਘ ਠਾਨਤ ਬੰਦਨ, ਮਹਾਕਵੀ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਗੁਰੂ ਸਾਹਿਬ ਜੀ ਦੇ ਇਹੋ ਜਿਹੇ ਦੋਨਾਂ ਲਾਲਾਂ ਨੂੰ, ਜਿਹੜੇ ਪੂਰਨ ਤਤ ਵੇਤਾ ਮਹਾਂਪੁਰਸ਼ ਬ੍ਰਹਮ ਗਿਆਨ ਦੀ ਅਵਸਥਾ 'ਚ ਟਿਕੇ ਹੋਏ ਸਨ, ਬਾਬਾ ਸ਼੍ਰੀ ਚੰਦ ਜੀ ਔਰ ਬਾਬਾ ਲਖਮੀ ਦਾਸ ਜੀ, ਉਹਨਾਂ ਦੇ ਚਰਨਾਂ ਤੇ ਮੈਂ ਬੰਦਨਾ ਕਰਦਾ, ਨਮਸਕਾਰ ਕਰਦਾ ਹਾਂ। ਦੋਹਰਾ 15-7 ਖਟ 20 ਸੈ, ਜਨਮ ਗੁਰੂ ਮਹਾਰਾਜ। ਹੁਣ ਖਾਲਸਾ ਜੀ ਗੁਰਪ੍ਰਣਾਲੀ ਚੱਲਣ ਲੱਗੀ 10 ਪਾਤਸ਼ਾਹੀਆਂ ਦੀ। ਭਾਈ ਰਾਮ ਕੋਇਰ ਸਾਹਿਬ ਜੀ ਗੁਰਪ੍ਰਣਾਲੀ ਪਰੰਪਰਾ ਦੱਸਣ ਲੱਗੇ ਨੇ। 1526 ਸੰਮਤ ਬਿਕਰਮੀ ਦਾ ਸਾਲ ਸੀ। 17 ਸੰਮਤ ਛਿਤ ਰਹੇ, ਅਨਿਕ ਗਰੀਬ ਨਿਵਾਜ। 1526 ਸੰਮਤ ਬਿਕਰਮੀ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏ ਭੋਏ ਦੀ ਤਲਵੰਡੀ ਵਿਖੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਤਕਰੀਬਨ 70 ਸਾਲ ਤੱਕ ਦਾ ਸਮਾਂ ਸਤਿਗੁਰੂ ਜੀ ਇਸ ਸੰਸਾਰ ਵਿੱਚ ਸਰੀਰ ਕਰਕੇ ਰਹੇ। ਚੌਪਈ ਘੋਰ ਕਾਮ ਭਵ ਜੀਵ ਦੁਖਾਰੇ, ਜਿਹੜੇ ਘੋਰ ਭਿਆਨਕ ਕਲੀ ਕਾਲ ਦੇ ਸਮੇਂ ਵਿੱਚ ਜੀਵ ਦੁੱਖ ਭੋਗ ਰਹੇ ਸਨ। ਸ਼ਸ ਸਮ ਉਦਯਤ ਕਰੇ ਸੁਖਾਰੇ, ਤੇ ਜੀਵ ਤਪ ਰਹੇ ਸੀ ਵਿਕਾਰਾਂ ਦੀ ਅੱਗ ਵਿੱਚ। ਗੁਰੂ ਨਾਨਕ ਸਾਹਿਬ ਚੰਨ ਬਣ ਕੇ ਪ੍ਰਗਟ ਹੋਏ। ਜਿਵੇਂ ਚੰਨ ਚੜ੍ਹਦਾ ਤੇ ਸ਼ੀਤਲਤਾ ਫੈਲਾਉਂਦਾ ਨਾ, ਏਦਾਂ ਸਤਿਗੁਰਾਂ ਨੇ ਵਿਸ਼ੇ ਵਿਕਾਰਾਂ 'ਚ ਸੜਨ ਵਾਲੇ ਜੀਵਾਂ ਨੂੰ ਆਪਣੇ ਦਰਸ਼ਨ ਚੰਦਰਮਾ ਦੇ ਸਮਾਨ ਦੇ ਕਰਕੇ ਤਿਨਾਂ ਦੀ ਤਪਸ਼ ਨੂੰ ਨਿਵਾਰਿਆ, ਤਿਨਾਂ ਦੇ ਹਿਰਦਿਆਂ ਵਿੱਚ ਠੰਡ ਵਰਤਾਈ, ਭਜਨ ਬੰਦਗੀ ਦੀ ਸ਼ੀਤਲਤਾ ਦਾ ਵਿਸਥਾਰ ਕੀਤਾ। ਕੋਏ ਨਾ ਜਿਨ ਕੇ ਅਰਿਓ ਅਗਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਐਸਾ ਵੱਡਾ ਪ੍ਰਤਾਪ ਸੀ ਗੁਰੂ ਖਾਲਸਾ ਜੀ ਕਿ ਦੁਨੀਆ 'ਚ ਬੜੇ ਬੜੇ ਵੱਡੇ ਪੈਗੰਬਰ, ਅਵਤਾਰ, ਔਲੀਏ, ਪੀਰ ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਮਿਲੇ, ਕੋਈ ਸਤਿਗੁਰਾਂ ਦੇ ਸਾਹਮਣੇ ਅੜ ਨਹੀਂ ਸਕਿਆ। ਸਭ ਸਤਿਗੁਰਾਂ ਦੇ ਚਰਨਾਂ ਤੇ ਝੁਕ ਕੇ ਨਮਸਕਾਰਾਂ ਹੀ ਕਰਕੇ ਗਏ। ਸਤਿ ਸ੍ਰੀ ਅਕਾਲ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਕੋਈ ਅੜ ਨਹੀਂ ਸਕਿਆ। ਬੜੇ ਬੜੇ ਚਰਚਾ ਕਰਨ ਵਾਲੇ ਆਏ, ਗੋਰਖ ਵਰਗੇ ਸਿੱਧ, ਭਰਥਰੀ ਵਰਗੇ ਸਿੱਧ, ਗੋਪੀਨਾਥ ਵਰਗੇ, ਚਰਪਟ ਵਰਗੇ, ਬੜੀ ਬੜੀ ਗੂੜੀ ਚਰਚਾ ਕਰਦੇ ਵੀ ਅਸੀਂ ਇਹਨਾਂ ਨੂੰ ਹਰਾ ਕੇ ਝੁਕਾਵਾਂਗੇ।
ਪਰ ਮੇਰੇ ਸਤਿਗੁਰਾਂ ਦੇ ਸਨਮੁਖ ਝੁਕ ਕੇ ਨਮਸਕਾਰਾਂ ਕਰਕੇ ਗਏ। ਸਤਿਗੁਰਾਂ ਦੇ ਸਾਹਮਣੇ ਕਿਸੇ ਵਿੱਚ ਵੀ ਅੜਨ ਦੀ ਕੋਈ ਸ਼ਕਤੀ ਨਹੀਂ। ਭਏ ਨਮਰ ਅਜ਼ਮਤ ਧਰ ਭਾਰੀ। ਏਡੇ ਏਡੇ ਵੱਡੇ ਅਜਮਤੀ ਸੀ, ਕਰਾਮਾਤੀ ਵਲੀ ਕੰਧਾਰੀ ਵਰਗੇ। ਉਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਜਮਤ ਨੂੰ ਭਾਰਾ ਮੰਨ ਕੇ ਸਤਿਗੁਰਾਂ ਦੇ ਚਰਨਾਂ ਤੇ ਝੁਕੇ। ਨੂਰ ਸ਼ਾਹ ਜਾਦੂਗਰ ਦੀਆਂ ਆ ਕੇ ਮਹਾਰਾਜ ਜੀ ਦੇ ਚਰਨਾਂ ਤੇ ਝੁਕੀਆਂ ਔਰ ਆਪਣੀ ਗਲਤੀ ਦੀ ਖਿਮਾ ਯਾਚਨਾ ਕੀਤੀ। ਚਿਤਕ ਸ਼ਕਤ ਜੁਤ ਭੈ ਸਭ ਤਾਰੇ। ਜਿੰਨੀਆਂ ਸ਼ਕਤੀਆਂ ਵਾਲੇ ਸਨ, ਚਾਹੇ ਗੁਪਤ ਮੰਡਲ ਵਿੱਚ ਤੇ ਚਾਹੇ ਪ੍ਰਤੱਖ ਵਰਤਾਰੇ ਵਿੱਚ, ਜਿੰਨੇ ਵੀ ਅਜਮਤਵਾਨ ਸਨ, ਸਭ ਗੁਰੂ ਨਾਨਕ ਸਾਹਿਬ ਦਾ ਭੈ ਮੰਨਦੇ ਸੀ। ਮਹਾਰਾਜ ਗੁਰੂ ਨਾਨਕ ਸਾਹਿਬ ਦੇ ਭੈ ਵਿੱਚ ਰਹਿੰਦੇ ਹਨ, ਉਦੋਂ ਵੀ ਤੇ ਹੁਣ ਵੀ, ਕਿਉਂਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਸदैव ਹੀ ਹਨ। ਸਾਰੇ ਜਿੰਨੇ ਅਜਮਤੀ ਪੁਰਖ ਨੇ ਪੂਰੇ ਸੰਸਾਰ ਭਰ ਵਿੱਚ, ਚਾਹੇ ਪ੍ਰਗਟ ਨੇ ਤੇ ਚਾਹੇ ਗੁਪਤ ਨੇ, ਸਭ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਭੈ ਮੰਨਦੇ, ਸਤਿਗੁਰਾਂ ਦਾ ਅਦਬ ਮੰਨਦੇ ਹਨ। ਰਵ ਸਮਿ ਉਦੈ ਛਪੇ ਸਭ ਤਬ ਸਾਰੇ। ਇਦਾਂ ਕਹਿ ਲੋ ਵੀ ਸਤਿਗੁਰੂ ਸੂਰਜ ਵਾਂਗੂ ਚੜੇ ਹਨ। 15 7 96 ਮਾਹੂ। ਔਰ ਇਹ ਸੰਸਾਰ ਦੇ ਅਜਮਤੀ ਲੋਕ ਇਹ ਤਾਰਿਆਂ ਵਾਂਗੂ ਸੀ। ਜਿਵੇਂ ਸੂਰਜ ਦੇ ਚੜ੍ਹਦਿਆਂ ਤਾਰੇ ਛਿਪ ਜਾਂਦੇ ਐ, ਏਦਾਂ ਇਹਨਾਂ ਸਾਰਿਆਂ ਦਾ ਪ੍ਰਤਾਪ ਸਤਿਗੁਰਾਂ ਦੇ ਪ੍ਰਤਾਪ ਅੱਗੇ ਮੱਧਮ ਪੈ ਗਿਆ। ਮੱਧਮ ਕੀ ਨਜ਼ਰ ਹੀ ਨਹੀਂ ਸੀ ਆਉਂਦਾ ਮਹਾਰਾਜ ਜੀ ਦੇ ਪ੍ਰਤਾਪ ਦੇ ਸਾਹਮਣੇ। ਇਸੇ ਤਰ੍ਹਾਂ 1596 ਸੰਮਤ ਬਿਕਰਮੀ ਵਿੱਚ ਅੱਸੂ ਮਹੀਨੇ ਵਿੱਚ ਮਾਸ ਅਸੌਜ ਸਰਦ ਰੁੱਤ ਤਾਹੂ। ਅੱਸੂ ਦਾ ਮਹੀਨਾ ਤੇ ਸਰਦ ਰੁੱਤ ਸੀ। ਕ੍ਰਿਸ਼ਨਾ ਦਸਮੀ ਪਿਤਰਨ ਦਿਨ ਕੀ। ਕ੍ਰਿਸ਼ਨਾ ਕਾਲੇ ਪੱਖ ਦੀ ਜਿਹੜੀ ਵਧੀ ਦੀ ਦਸਮੀ ਹੁੰਦੀ ਹੈ, ਉਸ ਦਸਮੀ ਵਾਲੇ ਦਿਨ ਅੱਸੂ ਵਧੀ ਦਸਮੀ ਨੂੰ ਪ੍ਰਭੂ ਬਿਕੁੰਠ ਗਏ ਸਹਿ ਤਨ ਕੀ। ਧੰਨ ਗੁਰੂ ਨਾਨਕ ਸਾਹਿਬ ਜੀ ਸਮੇਤ ਸਰੀਰ ਸੱਚਖੰਡ ਗਏ। ਪਿੱਛੇ ਆਪ ਜੀ ਨੇ ਕਥਾ ਸੁਣੀ ਹੈ ਕਿ ਅੱਸੂ ਵਧੀ ਦਸਮੀ ਵਾਲੇ ਦਿਨ ਸਤਿਗੁਰੂ ਗੁਰੂ ਨਾਨਕ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪਣੀ ਦੇਹ ਦੇ ਸਰੀਰ ਦੇ ਸਮੇਤ ਸੱਚਖੰਡ ਚਲੇ ਗਏ। ਐਰਾਵਤੀ ਕੂਲ ਅਬਿਰਾਮ। ਕਿੱਥੇ ਸਰੀਰ ਤਿਆਗਿਆ? ਰਾਵੀ ਦਰਿਆ ਦਾ ਸੁੰਦਰ ਕਿਨਾਰਾ। ਤਹਿ ਕਰਤਾਰਪੁਰਾ ਕੀ ਗ੍ਰਾਮ। ਉੱਥੇ ਸਤਿਗੁਰਾਂ ਦਾ ਆਪਣੇ ਹੱਥੀਂ ਵਸਾਇਆ ਨਗਰ ਹੈ ਕਰਤਾਰਪੁਰ ਸਾਹਿਬ। ਗੁਰੂ ਬਸਤਰ ਕੋਲੇ ਸੰਸਕਾਰ। ਸਤਿਗੁਰਾਂ ਦਾ ਚਾਦਰਾ ਹੀ ਰਹਿ ਗਿਆ ਸੀ, ਉਹ ਚਾਦਰਾ ਲੈ ਕਰਕੇ ਅੱਧੇ ਚਾਦਰੇ ਦਾ ਸੰਸਕਾਰ ਕਰਕੇ ਨਾਮ ਦੇ ਹੋਇਆ ਬਿਦਤ ਉਦਾਰਾ। ਔਰ ਅੱਧੇ ਦਾ ਉਹਨਾਂ ਨੇ ਅੰਗੀਠਾ ਜਿਹੜੀ ਸੀ ਉਹ ਕਬਰ ਬਣਾ ਲਈ। ਪਰ ਰਾਵੀ ਦੀ ਭੇਟ ਹੋ ਗਈਆਂ ਦੋਵੇਂ ਚੀਜ਼ਾਂ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ ਨੇ ਉੱਥੋਂ ਕੁਝ ਮਿੱਟੀ ਲਿਆਂਦੀ ਔਰ ਜਿੱਥੇ ਅੱਜ ਕੱਲ ਡੇਰਾ ਬਾਬਾ ਨਾਨਕ ਹੈ, ਇੱਥੇ ਅਸਥਾਨ ਬਣਾਇਆ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜੀ। ਜਿਹੜਾ ਡੇਰਾ ਬਾਬਾ ਨਾਨਕ ਹੈ, ਬਾਬਾ ਸ਼੍ਰੀ ਚੰਦ ਜੀ ਨੇ ਗੁਰੂ ਨਾਨਕ ਸਾਹਿਬ ਦੀ ਯਾਦ ਵਿੱਚ ਅਸਥਾਨ ਬਣਾਇਆ, ਜਿੱਥੇ ਆਪ ਜੀ ਜਾ ਕੇ ਦਰਸ਼ਨ ਕਰਦੇ ਹੋ। ਤੋ ਉੱਥੋਂ ਹੀ ਪਾਰਲੇ ਪਾਸੇ ਤਾਰ ਤੋਂ ਦੂਰਬੀਨ ਨਾਲ ਕਰਤਾਰਪੁਰ ਸਾਹਿਬ ਦੇ ਵੀ ਦਰਸ਼ਨ ਕਰੀਦੇ ਹਨ। ਹੁਣ ਤਾਂ ਲਾਂਘਾ ਵੀ ਹੈ, ਜਾ ਕੇ ਵੀ ਕਈ ਸੰਗਤਾਂ ਦਰਸ਼ਨ ਕਰ ਆਈਆਂ ਹਨ। ਤੋ ਬਾਬਾ ਸ਼੍ਰੀ ਚੰਦ ਜੀ ਨੇ ਉੱਥੇ ਦਿਉਰਾ ਮਹਾਰਾਜ ਜੀ ਦਾ ਬਣਾਇਆ। ਤਿਸ ਗਾਦੀ ਗੁਰ ਅੰਗਦ ਬੈਸੇ। ਗੁਰੂ ਨਾਨਕ ਸਾਹਿਬ ਦੇ ਸੱਚਖੰਡ ਜਾਣ ਤੋਂ ਬਾਅਦ ਉਹਨਾਂ ਦੀ ਗੱਦੀ ਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਗੁਰਗੱਦੀ ਦੇ ਰੱਥ ਤੇ ਤਖਤ ਤੇ ਸਵਾਰ ਹੋਏ। ਕਿ 10 ਗੁਰੂ ਸਾਹਿਬਾਨਾਂ ਦਾ ਜ਼ਿਕਰ ਆ ਰਿਹਾ, ਕਿੰਨੇ ਕਿੰਨੇ ਸਾਲ ਕਿੰਨੇ ਕਿੰਨੇ ਮਹੀਨੇ ਗੁਰਿਆਈ ਕੀਤੀ, ਉਹ ਜ਼ਿਕਰ ਆ ਰਿਹਾ। ਗੁਰ ਪ੍ਰਣਾਲੀ ਇਹਨੂੰ ਕਹਿੰਦੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਜੀ ਦਾ ਜਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਤਿਬੁੱਧੀ ਤੇ ਸਮਤ ਪ੍ਰਦਾਨ ਕਰੜ। ਵਾਹਿਗੁਰੂ 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 ਵਾਹਿਗੁਰੂ
ਗੁਰੂ ਵਾਹੇ ਗੁਰੂ ਵਾਹਿਗੁਰੂ 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 ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਪੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਏ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਏ ਸੰਤਹ ਕੈ ਸਦਾ ਸੰਗ ਤੇ ਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਦ ਦਇਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਸੋਇ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਸੋਇ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ 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 ਸਾਹਿਬ ਜੀ। ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਔਗਣ ਹਮਾਰੇ ਦਇਆ ਕਰੋ ਕਿਛ ਮੇਰੇ ਉਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਲ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਦਿਨ ਰਾਤੀ। हम अवगुण परे एक गुण नाही अमृत छाड़ बिखै बिखकार माया मोह परम पे भूले सुतदारा स्यों प्रीत लगाई। एक उत्तम पंथ सुनियो गुर संगत तह मिलंत जम त्रास मिटाए। एक अरदास पाठ कीरत की गुरु रामदास राखो शरणाए। नेमा ने के मान गुरु ने तानिया के ता न्योटिया की ओट न्यासरिया के आसरा तन तन गुरु ग्रंथ साहिब जी महाराज तन तन गुरु तेग बहादुर साहिब जी महाराज। अनंत गुणी निधान गुरु गरीब निवाज गरीब निवाज गरीब निवाज। सावन